सिर्फ जो लोग जागरूक होंगे लोग रोकते हैं फिर इल्जाम लगते हैं कि सरकार बेचण वाले तो करती नहीं, जेडे बेचण वाले फड़ते हैं उन्होंने चक के अंदर दे देंदी है। पासी साहब गल यह है, पासी साहब गल यह है, पंजाबियों वास्ते कहा जाता है भी जेडे सतीरां तो नहीं ढहे वो सरिंजां ने ढा ले। विक्रम सिंह मजीठिया होना दा सब तो वड्डा रोल है नशे च भोले ਉਹਦੇ ਵਿੱਚ ਸਾਰੇ ਬਿਆਨ ਆਏ, ਮੀਡੀਆ ਦੇ ਵਿੱਚ ਓਪਨਲੀ ਗੱਲਾਂ ਆਈਆਂ, ਈਡੀ ਦੀਆਂ ਇਨਕੁਆਇਰੀਆਂ ਹੋਈਆਂ ਕਿ ਮੈਂ ਤਾਂ ਕਹਿੰਦਾ ਚਰਨਜੀਤ ਸਿੰਘ ਚੰਨੀ ਹੋਣਾ ਦਾ ਤੇ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਜੀ ਸੀ ਧੰਨਵਾਦ ਕਰਨਾ ਚਾਹੁੰਦਾ, ਮੈਨੂੰ ਦਮ ਤਾਂ ਰੱਖਿਆ, ਪਰਚਾ ਦਰਜ ਕੀਤਾ ਤੇ ਤੁਹਾਡੀ ਸਰਕਾਰ ਨੇ ਕੀ ਫੋਲੋ ਅਪ ਕੀਤਾ। ਅਗਰ ਇਹਨਾਂ ਨੇ ਵੀ ਅਕਾਲੀ ਦਲ ਵਾਲੀਆਂ ਗਲਤੀਆਂ ਨਾ ਕੀਤੀਆਂ ਹੁੰਦੀਆਂ, ਬੱਚਿਆਂ ਨੂੰ ਰੁਜ਼ਗਾਰ ਦਿੱਤਾ ਹੁੰਦਾ ਤਾਂ ਸ਼ਾਇਦ ਇਸ ਸਮੱਸਿਆ ਤੋਂ ਕੁਝ ਹੱਲ ਨਿਕਲਦਾ। ਇਹ ਜਿਹੜੀਆਂ ਗੱਲਾਂ ਕਰ ਰਿਹਾ ਘਰ ਘਰ ਨੌਕਰੀ ਦੀਆਂ ਗੱਲਾਂ ਕਰਕੇ ਇਹਨਾਂ ਨੇ ਨੌਜਵਾਨ ਨੂੰ ਫਰਸਟ੍ਰੇਟ ਕੀਤਾ ਹੈ। ਨਸ਼ਾ ਬਕਵਾਨ ਦੇ ਵਿੱਚ ਜਿਹੜੇ ਛੁੱਟ ਭਈਆ ਲੀਡਰ ਹੈ ਜਿਨ੍ਹਾਂ ਨੂੰ ਪੰਜਾਬ ਜਾਂ ਹਿੰਦੁਸਤਾਨ ਦੇ ਨਾਲ ਹਮਦਰਦ ਨਹੀਂ ਹੈ, ਜਿਨ੍ਹਾਂ ਦਾ ਮਕਸਦ ਪੈਸਾ ਕਮਾਉਣਾ ਹੈ, ਉਹ ਲੀਡਰਸ਼ਿਪ ਵੀ ਖਰਾਬ ਕਰ ਰਹੀ ਹੈ, ਉਹ ਪੁਲਿਸ ਆਫੀਸਰ ਵੀ ਖਰਾਬ ਕਰ ਰਹੇ ਹੈ। ਜਿਹੜੇ ਉਹ ਲੋਕ ਜਿਹੜੇ ਕਹਿ ਰਹੇ ਨੇ ਆਓ ਸਾਡੇ ਨਾਲ ਚਲੋ ਅਸੀਂ ਦੱਸਦੇ ਹਾਂ ਵੀ ਫਲਾਨਾ ਬੰਦਾ ਵੇਚਦਾ ਹੈ, ਉਹ ਵਿਜ਼ਨ ਦੇ ਵਿੱਚ ਉਹ ਚੀਜ਼ਾਂ ਕਿਉਂ ਨਹੀਂ ਨਜ਼ਰ ਆਉਂਦੀਆਂ। ਆਮ ਆਦਮੀ ਪਾਰਟੀ ਦੀ 3 ਮੁੱਦਿਆਂ ਤੇ ਸਰਕਾਰ ਬਣੀ ਸੀਗੀ ਪੰਜਾਬ ਦੇ ਵਿੱਚ, ਬੇਦਬੀ, ਦੂਜਾ ਸੀ ਕਰਪਸ਼ਨ ਮੁੱਦਾ, ਤੀਜਾ ਸੀ ਨਸ਼ਾ ਮੁੱਦਾ। ਤਿੰਨੋਂ ਹੀ ਬੇਦਬੀ ਵੀ ਅੱਜ ਹੋ ਰਹੀ ਹੈ, ਕਰਪਸ਼ਨ ਵੀ ਅੱਗੇ ਨਾਲ 4 ਗੁਣਾ ਵੱਧ ਗਈ ਹੈ ਤੇ ਨਸ਼ਾ ਵੀ ਡਬਲ ਹੋ ਗਿਆ। ਨਸ਼ਾ ਸਰਕਾਰ ਦਾ ਜਾਂ ਕੋਈ ਡਿਫੈਂਸ ਨਹੀਂ ਕਰੂੰਗਾ। ਜਿਹੜੇ ਬੰਦੇ ਇਹ ਕਹਿੰਦੇ ਆ ਕਿ ਆਓ ਅਸੀਂ ਪਕੜਾਉਂਦੇ ਆ, ਉਹਨਾਂ ਨੂੰ ਨਾ ਸਿਰਫ ਪ੍ਰੋਟੈਕਸ਼ਨ ਮਿਲਣੀ ਚਾਹੀਦੀ ਹੈ ਬਲਕਿ ਜਿੱਥੇ ਉਹ ਲੈ ਕੇ ਜਾ ਰਹੇ ਆ ਉੱਥੇ ਸਖਤ ਐਕਸ਼ਨ ਹੋਣਾ ਚਾਹੀਦਾ। ਤੁਹਾਡੀ ਸਰਕਾਰ ਜਾਏਗੀ ਨਾਲ ਆਪ ਸਹਿਮਤ ਆ? ਤੁਹਾਡੀ ਸਰਕਾਰ ਬਿਲਕੁਲ। ਇਸ ਚਰਚਾ ਨੂੰ ਵੇਖ ਰਹੇ ਲੋਕਾਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਆਪਣਾ ਪਿੰਡ ਗ੍ਰਾਂ ਜਿਹੜਾ ਹੈ ਉਹ ਦੱਸ ਸਕਦੇ ਹੋ ਵੀ ਜਿੱਥੇ ਇਹ ਨਸ਼ਾ ਵਿਕਦਾ ਹੈ ਕਿ ਸਰਕਾਰ ਦਾ ਫਿਰ ਅਸੀਂ ਉਹਦਾ ਇਹ ਆંકੜਾ ਕੱਢ ਕੇ ਸਰਕਾਰ ਨੂੰ ਦੇਵਾਂਗੇ ਤੇ ਸਰਕਾਰ ਉੱਥੇ ਆਏਗੀ ਤੇ ਤੁਹਾਡੇ ਨਾਲ ਉਸ ਜਗ੍ਹਾ ਦੇ ਉੱਤੇ ਰੇਡ ਕਰੇਗੀ। ਜਦੋਂ ਨੀਅਤ ਕੇਜਰੀਵਾਲ ਸਾਹਿਬ ਨੇ ਕਿਹਾ ਸੀ 3 ਮਹੀਨੇ 'ਚ ਖਤਮ ਕਰਾਂਗੇ ਤੇ ਫਿਰ ਨੀਅਤ ਸਾਫ਼ ਹੋਣੀ ਚਾਹੀਦੀ ਹੈ। ਅਸੀਂ ਅੱਜ ਵੀ ਕਹਿ ਰਹੇ ਹਾਂ ਵੀ ਅੱਜ ਕਰਾਂਗੇ, ਤੇ ਜੇ ਤੁਸੀਂ ਕਹਿ ਰਹੇ ਹੋ ਨਾ ਵੀ ਨਸ਼ੇ ਦੱਸੋ ਤੇ ਫੜਾਵਾਂਗੇ, ਥੱਲੇ 1000 ਤੋਂ ਵੱਧ ਲੋਕਾਂ ਨੇ ਪਾ ਦੇਣਾ, ਫੜ ਕੇ ਦਿਖਾਈਓ, ਮੈਂ ਵੀ ਤੁਹਾਨੂੰ ਚੈਲੰਜ ਕਰਦਾ, ਫੜੋ, ਅਸੀਂ ਤੁਹਾਡਾ ਸਾਥ ਦੇਵਾਂਗੇ ਇਸ ਗੱਲ ਤੇ। ਪੰਜਾਬ ਦੇ ਵਿੱਚ ਤੁਸੀਂ ਜਦੋਂ ਜੱਫੀਆਂ ਪਾਈਆਂ ਉਦੋਂ ਕਹਿ ਦਿੰਦੇ ਵੀ ਨਸ਼ੇ ਦੇ ਵਾਲੇ ਨਾਲ ਜੱਫੀਆਂ ਨਹੀਂ ਪਾਈਆਂ। ਤੁਸੀਂ ਵੀ ਮਜੀਠੀਆ ਨੂੰ ਜੱਫੀ ਪੂਰੀ 5 ਸਾਲ 10 ਸਾਲ ਪਾਈ ਰੱਖੀ, ਅਸੀਂ ਤਾਂ 2 ਮਿੰਟ ਪਾਈ ਹੈ। ਤੇ ਹਰਿਆਣੇ ਦੇ ਵਿੱਚ ਨੌਜਵਾਨ ਇੱਕ ਦੂਜੇ ਨੂੰ ਵੇਖ ਕੇ ਭਲਵਾਨੀ ਕਰਦੇ ਆ, ਅਸੀਂ ਗਾਣੇ ਸੁਣ ਕੇ ਚਿੱਟੇ ਵਾਲੇ ਤੇ ਸਾਡੇ ਦਿਮਾਗ ਦਾ ਸੈਟਅਪ ਹੀ ਉਹ ਬਣ ਗਿਆ। ਅੱਜ ਜਿਹੜੇ ਗੰਦੇ ਸਾਡੇ ਗਾਣਿਆਂ ਦਾ ਕਲਚਰ ਹੈ, ਨਸ਼ਿਆਂ ਵਾਲਾ, ਗੋਲੀਆਂ ਬੰਦੂਕਾਂ ਵਾਲਾ, ਉਹਦੇ ਤੋਂ ਨੌਜਵਾਨਾਂ ਨੂੰ ਨਹੀਂ ਕੱਢਦੇ। ਜਦੋਂ ਅਸੀਂ ਨੌਜਵਾਨਾਂ ਨੂੰ ਇੱਕ ਚੰਗੀ ਦਿਸ਼ਾ ਨਹੀਂ ਦਿੰਦੇ, ਵਿਜ਼ਨ, ਡੀ ਐਡਿਕਸ਼ਨ ਸੈਂਟਰ ਹੋਣੇ ਚਾਹੀਦੇ ਆ। ਕਿਉਂ ਨਹੀਂ ਪੰਜਾਬ ਦੇ ਵਿੱਚ ਜਿਹੜੇ ਨਸ਼ਾ ਛੁਡਾਊ ਕੇਂਦਰ ਉੱਥੇ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ। ਜਿਹੜੇ ਕਿੰਗ ਪਿਨ ਦੀ ਤੁਸੀਂ ਗੱਲ ਕਰਦੇ ਹੁੰਦੇ ਸੀ ਕਿ ਜਦੋਂ ਓਪੋਜੀਸ਼ਨ ਦੇ ਵਿੱਚ ਹੁੰਦੇ ਸੀ, ਜਿਹੜੇ ਵੱਡੇ ਮਗਰਮੱਛ ਫੜਨ ਦੀ ਗੱਲ ਕਰਦੇ ਹੁੰਦੇ ਸੀ, ਜਦੋਂ ਓਪੋਜੀਸ਼ਨ ਸੀ, ਉਹ ਵੱਡੇ ਮਗਰਮੱਛ ਫੜ ਲਏ ਆ ਜਾਂ ਨਹੀਂ ਫੜੇ। ਹਰ ਗਾਜ ਮੰਤਰੀ ਤੇ ਜਾਂ ਮੁੱਖ ਮੰਤਰੀ ਤੇ ਆ ਕੇ ਡਿੱਗ ਜਾਂਦੀ ਹੈ ਕਿ ਜ਼ਿਲ੍ਹੇ ਦਾ ਐਸਐਸਪੀ ਜ਼ਿੰਮੇਵਾਰ ਨਹੀਂ। ਜਦੋਂ ਉਹਦੇ ਜ਼ਿਲ੍ਹੇ ਦੇ ਵਿੱਚ ਕਿਸੇ ਨੌਜਵਾਨ ਦੀ ਮੌਤ ਹੁੰਦੀ ਹੈ, ਥਾਣੇ ਦਾ ਐਸਐਚਓ ਜ਼ਿੰਮੇਵਾਰ ਨਹੀਂ। ਮੈਂ ਕਹਿੰਦਾ ਵੀ ਤੁਸੀਂ ਜਦੋਂ ਥਾਣੇਦਾਰ ਨੂੰ ਐਸਐਸਪੀ ਨੂੰ ਫੋਨ ਹੀ ਚਲਾ ਗਿਆ, ਜਦੋਂ ਉਹਨੂੰ ਫੋਨ ਹੀ ਚਲਾ ਗਿਆ ਖਾਦੀ ਵਾਲਿਆਂ ਦਾ, ਖਾਕੀ ਵਾਲੇ ਨੂੰ, ਖਾਕੀ ਵਾਲੇ ਦੀ ਕੀ ਜ਼ਰੂਰਤ ਹੈ ਜੀ ਉਹ ਕਿਸੇ ਦਾ ਵਾਲ ਵਿੰਗਾ ਕਰ ਦੇ। ਮੈਂ ਜੋ ਜੀ ਜਵਾਬ ਦੇਣਾ, ਟ੍ਰਾਂਸਫਰ ਹੀ ਕਰ ਦੂ, ਕੋਈ ਨੌਕਰੀ 'ਚੋਂ ਤਾਂ ਨਹੀਂ ਕੱਢ ਸਕਦਾ। ਬੜੇ ਅਫਸਰਾਂ 'ਚ ਜ਼ਰੂਰਤ ਹੈ, ਅੜ ਜਾਂਦੇ ਆ ਜਿਹੜੇ ਮੰਤਰੀ ਨੂੰ ਠੋਕ ਕੇ ਜਵਾਬ ਦੇ ਦਿੰਦੇ, ਕੀ ਕਰ ਲੂ? ਉਹਦੀ ਐਜੂਕੇਸ਼ਨ ਕਰਕੇ ਆਈਪੀਐਸ ਆਫੀਸਰ ਤੇ ਕੋਈ ਪ੍ਰੈਸ਼ਰ ਪਾ ਸਕਦਾ? ਮੈਂ ਤਾਂ ਨਹੀਂ ਮੰਨਦਾ ਪਾ ਸਕਦਾ। ਸੀਐਮ ਸੁਰਜੀਤ ਪਾਤਰ ਸਾਹਿਬ ਨੇ ਬਹੁਤ ਸਮਾਂ ਪਹਿਲਾਂ ਇਹ 17 ਨੂੰ ਕਲਮਬੱਧ ਕੀਤਾ ਕਿ ਲੱਗੀ ਨਜ਼ਰ ਪੰਜਾਬ ਨੂੰ, ਕੋਈ ਇਹਦੀ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਬਾਹਰੋਂ। ਮਤਲਬ ਹਾਲਾਤ ਉਦੋਂ ਵੀ ਕੋਈ ਬਹੁਤੇ ਸੁਖਾਵੇਂ ਨਹੀਂ ਸੀਗੇ ਜੇ 3 ਦਹਾਕੇ ਪਹਿਲਾਂ ਇਹ ਗੱਲ ਲਿਖਣੀ ਪਈ, ਤੇ ਹਾਲਾਤ ਅੱਜ ਦੇ ਵੀ ਜੇਕਰ ਆਪਾਂ ਗੱਲ ਕਰੀਏ ਕੋਈ ਬਹੁਤੇ ਸੁਖਾਵੇਂ ਨਹੀਂ। ਅੱਜ ਗੱਲ ਨਸ਼ੇ ਦੇ ਉੱਤੇ ਕਰਾਂਗੇ। ਦੀ ਸਪੋਕਸਮੈਨ ਡਿਬੇਟ 'ਚ ਸਾਰੇ ਦਰਸ਼ਕਾਂ ਦਾ ਨਵਜੋਤ ਸਿੰਘ ਢਾਲੀਵਾਲ ਵੱਲੋਂ ਸਵਾਗਤ ਹੈ। ਗੱਲ ਇਸ ਕਰਕੇ ਨਸ਼ੇ ਦੇ ਉੱਤੇ ਕਰਨੀ ਆ, ਆਏ ਦਿਨ ਆਉਂਦੀਆਂ ਤਸਵੀਰਾਂ ਰੂਹ ਨੂੰ ਸਵਾਲ ਪੁੱਛਦੀਆਂ ਨੇ, ਆਤਮਾ ਨੂੰ ਸਵਾਲ ਪਾਉਂਦੀਆਂ ਨੇ ਕਿ ਆਖਰ ਇਹ ਪ੍ਰਕੋਪ ਰੁਕ ਕਿਉਂ ਨਹੀਂ ਰਿਹਾ, ਵੱਧ ਰਿਹਾ ਹੈ, ਘਟ ਰਿਹਾ ਹੈ, ਡਜ਼ਨਟ ਮੈਟਰ। ਗੱਲ ਇਹ ਹੈ ਕਿ ਬੰਦੇ ਪਹਿਲਾਂ 4 ਮਰਦੇ ਸੀ ਜੀ, ਹੁਣ 2 ਮਰਦੇ ਆ। ਇਹ ਅੰਕੜਿਆਂ ਨਾਲ ਧਰਵਾਸ ਨਹੀਂ ਦਿੱਤਾ ਜਾ ਸਕਦਾ, ਪਰ ਜਿਸ ਤਰੀਕੇ ਦੇ ਨਾਲ ਨੌਜਵਾਨਾਂ ਦੇ ਪੈਰ ਥਿਰਕ ਰਹੇ ਆ, ਜਿਸ ਤਰੀਕੇ ਦੇ ਨਾਲ ਖਾਕੀ ਧਾਰੀ, ਖਾਦੀ ਧਾਰੀ ਇਹਦੇ ਵਿੱਚ ਲਿਪਤ ਹੋ ਗਿਆ, ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਈ ਹੈ ਤੇ ਫਿਰ ਇਹਦਾ ਕੌਣ ਰਖਵਾਲਾ ਹੋਊਗਾ। ਅੱਜ ਇੱਕ ਆਤਮ ਚਿੰਤਨ ਦਾ ਵੇਲਾ ਹੈ, ਅੱਜ ਆਪਣੇ ਆਪ ਨੂੰ ਸਵਾਲ ਕਰਨ ਦਾ ਵੇਲਾ ਹੈ
ਕਿ ਆਖਰ ਪੰਜਾਬ ਦੇ ਵਿੱਚ ਜਾਂ ਮੁਲਕ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਿੰਥੈਟਿਕ ਡਰੱਗ ਪੈਰ ਪਸਾਰ ਰਹੀ ਹੈ, ਉਹ ਤੋਂ ਸਾਡੀ ਆਉਂਦੀ ਜਨਰੇਸ਼ਨ ਕਿਵੇਂ ਬਚੂਗੀ, ਸਾਡੀ ਜਿਹੜੀਆਂ ਪੀੜ੍ਹੀਆਂ, ਸਾਡੀਆਂ ਨਸਲਾਂ ਖਰਾਬ ਹੋ ਰਹੀਆਂ ਨੇ, ਖਤਮ ਹੋ ਰਹੀਆਂ ਨੇ, ਉਹਨਾਂ ਨੂੰ ਅਸੀਂ ਕਿਵੇਂ ਬਚਾ ਸਕਦੇ ਹਾਂ। ਅੱਜ ਅਸੀਂ ਬਚਾਅ ਕਾਰਜਾਂ ਬਾਰੇ ਅੱਜ ਜਿਹੜੀ ਗੱਲ ਕਰਾਂਗੇ। ਉਸ ਤੋਂ ਪਹਿਲਾਂ ਪੰਜਾਬ ਦੇ 3 ਮੁੱਖ ਮੰਤਰੀਆਂ ਦੇ 3 ਦਾਅਵੇ ਸੁਣ ਲੈਣੇ ਜ਼ਰੂਰੀ ਹੋਣਗੇ। ਹੁਣ ਪੰਜਾਬ ਸੁਰੱਖਿਅਤ ਨਹੀਂ। ਆਪ ਮੰਨਦੇ ਆ ਕਿ ਬਾਹਰੋਂ ਸਾਡੇ ਅਸਲਾ ਆ ਰਿਹਾ ਹੈ, ਬਾਹਰੋਂ ਸਾਡੇ ਇਹ ਸਾਰਾ ਨੁਕਸਾਨ ਕਰਨ ਵਾਸਤੇ, ਪਰ ਇਹਨਾਂ ਕੋਲ ਇੰਤਜ਼ਾਮ ਹੀ ਕੋਈ ਨਹੀਂ। DGP ਬਦਲਣ ਵਾਸਤੇ ਕੋਈ ਆਦਾ ਆਹ ਲਓ, ਕੋਈ ਆਹ ਲਓ, ਸਾਨੂੰ ਉਸ ਨਾਲ ਤਾਂ ਕੋਈ ਗਰਜ਼ ਨਹੀਂ, ਕੋਈ ਲਾ ਦੇਣ। ਪਰ ਇਹ ਸਿਰਫ ਇਸ ਕਰਕੇ ਬਦਲਦੇ ਆ ਕਿ ਦੂਜਿਆਂ ਨੇ ਇਨਕਾਰ ਕੀਤਾ ਕਿ ਅਕਾਲੀ ਦਲ ਦੇ ਲੀਡਰਾਂ ਨੂੰ ਅਸੀਂ ਨਹੀਂ ਫੜਦੇ। ਇਹ ਜਿਹੜਾ ਹੁਣ ਲਾਇਆ ਤੇ ਮੈਂ ਫੜ ਲੈਣਾ, ਮੈਨੂੰ ਲਾ ਦਿਓ, ਮਜੀਠੇ ਨੂੰ ਫੜ ਲਿਆ, ਸਾਨੂੰ ਫੜ ਲੈਣ, ਕੀ ਫਰਕ ਪੈਂਦਾ। ਮੈਂ ਇਹ ਦਮਦਮਾ ਸਾਹਿਬ ਵੱਲ ਗੁਟਕਾ ਸਾਹਿਬ ਨੂੰ ਚੱਕ ਕੇ ਸਹੁੰ ਖਾਣੇ ਅੱਜ ਇਹ ਜੋ ਨਸ਼ਿਆਂ ਦਾ ਕੰਮ ਹੈ, ਜੋ ਆਮ ਆਦਮੀ ਕਹਿੰਦਾ 4 ਮਹੀਨਿਆਂ 'ਚ ਮੈਂ ਖਤਮ ਕਰ ਦੂੰ, ਮੈਂ ਇਹ 4 ਹਫ਼ਤਿਆਂ ਦੇ ਵਿੱਚ ਇਹਦੇ ਲੱਕ ਤੋੜ ਕੇ ਛੱਡੂਗਾ। ਡਰੱਗਸ ਆਉਂਦੇ ਨੇ, ਅੱਛਾ ਚਲੋ ਮੰਨਦੇ ਹਾਂ ਕਿ ਬਾਰਡਰ ਤੋਂ ਪਾਰ ਆਉਂਦੇ ਨੇ, ਬਾਰਡਰ ਪਾਰ ਤੋਂ ਆਉਂਦੇ ਨੇ। ਸਾਡੇ ਨਾਲੋਂ 2.5 ਗੁਣਾ ਵੱਡਾ ਬਾਰਡਰ ਰਾਜਸਥਾਨ ਦਾ, ਉੱਥੇ ਤਾਂ ਕੋਈ ਚਿੱਟਾ ਖਾਂਦਾ ਦੇਖਿਆ ਨਹੀਂ। ਜੰਮੂ ਕਸ਼ਮੀਰ 'ਚ ਅੱਧੇ ਤੋਂ ਵੱਧ ਬਾਰਡਰ ਤੇ ਪਾਰ ਹੀ ਹੋਏ ਨੇ। ਜੰਮੂ ਕਸ਼ਮੀਰ ਦਾ ਮੁੰਡਾ ਤਾਂ ਕੋਈ ਚਿੱਟੇ ਦੇਖਿਆ ਨਹੀਂ ਗਿਆ। ਇੱਥੇ ਹੀ ਬਣਦਾ ਜੀ, ਇੱਥੇ ਹੀ ਬਣਦਾ। ਇੱਥੋਂ ਵਾਲੇ ਨੇ ਬੜੀ ਜਲਦੀ ਪਬਲਿਕ ਦੇ ਸਾਹਮਣੇ ਕੀਤੇ ਜਾਣਗੇ। ਨਸ਼ੇ ਨੂੰ ਲੈ ਕੇ ਬਹੁਤ ਟਾਈਮ ਤੋਂ ਬਿਆਨਬਾਜ਼ੀ ਹੋ ਰਹੀ ਹੈ। ਇਸ ਮੁੱਦੇ ਤੇ ਸਰਕਾਰਾਂ ਆਈਆਂ ਵੀ ਤੇ ਸਰਕਾਰਾਂ ਗਈਆਂ ਵੀ, ਇੱਕ ਦੂਸਰੇ ਨੂੰ ਤਾਨੇ ਮਿਹਣੇ ਵੀ ਬਹੁਤ ਵੱਜੇ। ਕੱਲ ਦੇ ਤਾਨੇ ਦੇਣ ਵਾਲੇ ਅੱਜ ਕੱਲ ਕੁਝ ਇਕੱਠੇ ਵੀ ਨਜ਼ਰ ਆ ਰਹੇ ਹੈ। ਇੱਕ ਵਾਰੀ ਉਹ ਤਸਵੀਰ ਵੀ ਜ਼ਰੂਰ ਦੇਖ ਲਿਓ ਕਿ ਆਖਰ ਫਿਰ ਪੰਜਾਬ ਨੂੰ ਬਚਾਊ ਤੇ ਬਚਾਊ ਕੌਣ। ਮੈਂ ਆਹੀ ਕਹਿ ਸਕਦੀ ਹਾਂ ਕਿ ਗੁਰੂ ਨੂੰ ਮੰਨਣ ਵਾਲੇ, ਗੁਰੂ ਤੋਂ ਡਰਨ ਵਾਲਾ ਸਾਡਾ ਪਰਿਵਾਰ ਹੈਗਾ। ਇਸ ਚਿੱਟੇ ਦੇ ਨਾਲ ਬਹੁਤ ਸਾਰੀ ਭੈਣਾਂ ਦੇ ਵੀਰਾਂ ਦੀ ਮੌਤ ਹੋਈ ਹੈ, ਬਹੁਤ ਸਾਰੀ ਮਾਵਾਂ ਨੇ ਆਪਣੇ ਪੁੱਤਾਂ ਨੂੰ ਖੋਇਆ ਹੈ। ਮੇਰਾ ਵੀ ਇੱਕ ਵੀਰ ਹੈਗਾ ਜਿਹਦੇ ਉੱਤੇ ਮੈਨੂੰ ਬਹੁਤ ਮਾਣ ਹੈ। ਸਾਡੇ ਦੋਵਾਂ ਦੇ, ਵਿਕਰਮ ਤੇ ਮੇਰੇ, ਸਾਡੇ ਦੋਵਾਂ ਦੇ ਵੀ ਬੱਚੇ ਨੇ। ਕਿ ਜੇ ਮੇਰੇ ਭਰਾ ਨੇ ਸੂਈ ਦੀ ਨੱਕੀ ਭਰਦਾ ਵੀ ਕਿਸੇ ਚਿੱਟੇ ਦਾ ਕੋਈ ਤਸਕਰੀ ਕੀਤੀ ਆ, ਵੇਚਿਆ, ਕੋਈ ਲੈਣਾ ਦੇਣਾ ਵੀ ਹੈ। ਇੱਕ ਤਸਵੀਰ ਇਹ ਸੀਗੀ, ਹਰਸਿਮਰਤ ਬਾਦਲ ਹੋਰਾਂ ਨੇ ਜਵਾਬ ਜਦੋਂ ਬਿਕਰਮ ਮਜੀਠੀਏ ਨੂੰ ਵਿਧਾਨ ਸਭਾ ਦੇ ਵਿੱਚ ਤਸਕਰ ਕਿਹਾ ਗਿਆ ਉਸ ਤੋਂ ਬਾਅਦ ਦਿੱਤਾ। ਤੇ ਹੁਣ ਇੱਕ ਤਸਵੀਰ ਉਹ ਵੀ ਯਾਦ ਕਰੋ ਜਦੋਂ ਕੁਝ ਕੁ ਸਮਾਂ ਪਹਿਲਾਂ, ਚੰਦ ਦਿਨ ਪਹਿਲਾਂ, ਲਗਭਗ ਮਹੀਨਾ ਕੁ ਪਹਿਲਾਂ ਜੱਫੀਆਂ ਵੀ ਪਈਆਂ ਸੀ ਇਹਨਾਂ ਲੀਡਰਾਂ ਦੀਆਂ, ਜਿਨ੍ਹਾਂ ਨੇ ਇੱਕ ਦੂਸਰੇ ਨੂੰ ਸਾਰੇ ਬਾਜ਼ਾਰ ਗਾਲਾਂ ਕੱਢੀਆਂ ਹੋਣ, ਮੋਢੇ ਖਾਏ ਹੋਣ, ਇੱਕ ਦੂਸਰੇ ਨੂੰ ਕਿਹੜੇ ਉਹ ਸ਼ਬਦ ਨੇ ਜਿਹੜੇ ਨਾ ਬੋਲੇ ਹੋਣ। ਇਹਦਾ ਮਤਲਬ ਇਹ ਆ ਕਿ ਇਹ ਸਭ ਕੁਝ, ਇਹ ਸਾਰੀ ਬਿਆਨਬਾਜ਼ੀ, ਇਹ ਸਾਰੇ ਲੋਕਾਂ ਦੀ ਅੱਖਾਂ 'ਚ ਘੱਟੇ ਪਾਉਣ ਵਾਲੇ ਆ। ਇਸ ਤੋਂ ਇਲਾਵਾ ਇੱਕ ਤਸਵੀਰ ਉਹ ਦਿਖਾਉਂਦੇ ਹਾਂ, ਸਰਕਾਰ ਨੇ 1.5 ਸਾਲ ਦਾ ਜਿਹੜਾ ਆਪਣਾ ਨਸ਼ੇ ਨੂੰ ਲੈ ਕੇ ਰਿਪੋਰਟ ਕਾਰਡ ਦਿੱਤਾ। ਰਿਪੋਰਟ ਕਾਰਡ ਦੇ ਵਿੱਚ ਉਹਨਾਂ ਨੇ ਦੱਸਿਆ ਕਿ 16,360 ਜਿਹੜੇ ਤਸਕਰ ਗ੍ਰਿਫਤਾਰ ਕੀਤੇ ਆ, 12,218 FIR ਦਰਜ ਹੋਈਆਂ ਨੇ ਔਰ 1073.44 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, 797.14 ਕਿਲੋਗ੍ਰਾਮ ਅਫੀਮ, 902.13 ਕਿਲੋ ਜਿਹੜਾ ਹੈ ਉਹ ਗਾਂਜਾ ਬਰਾਮਦ ਕੀਤਾ। 1.5 ਸਾਲ ਦਾ ਰਿਪੋਰਟ ਕਾਰਡ ਹੈ। 375.47 ਕੁਇੰਟਲ ਭੁੱਕੀ, 65.49 ਲੱਖ ਗੋਲੀਆਂ, ਕੈਪਸੂਲ, ਟੀਕੇ ਆਦਿ ਹੋਰ ਚੀਜ਼ਾਂ ਨੇ ਤਸਕਰਾਂ ਤੋਂ 12.5 ਕਰੋੜ ਦੇ ਕਰੀਬ ਦੀ ਜਿਹੜੀ ਡਰੱਗ ਮਨੀ ਬਰਾਮਦ ਕੀਤੀ ਔਰ 66 ਨਸ਼ਾ ਤਸਕਰਾਂ ਦੀ 26.72 ਕਰੋੜ ਦੀ ਜਾਇਦਾਦ ਵੀ ਜਿਹੜੀ ਉਹ ਜ਼ਬਤ ਕਰਨ ਦਾ ਜਿਹੜਾ ਇਹ 1.5 ਸਾਲ ਦਾ ਰਿਪੋਰਟ ਕਾਰਡ ਦਿੱਤਾ ਗਿਆ। ਬਾਵਜੂਦ ਇਹਦੇ ਜਿਹੜੀਆਂ ਤਸਵੀਰਾਂ ਤੁਸੀਂ ਨਾਲੋਂ ਨਾਲ ਸਕਰੀਨ ਦੇ ਉੱਤੇ ਚੱਲਦੀਆਂ ਹੁਣ ਤੋਂ ਅੱਗੇ ਜਿਹੜੀ ਕੰਟੀਨਿਊਸਲੀ ਦੇਖੋਗੇ, ਉਹ ਕੁੜੀਆਂ ਦੀਆਂ, ਉਹ ਛੋਟੇ ਜਿਹੇ ਮੁੰਡੇ ਦੀ ਜਿਹੜੀ ਬਣ ਰਿਹਾ ਔਰ ਇਹ ਲੇਡੀ ਜਿਹੜੀ ਹੈ, ਇਹ ਅੱਜ ਤਾਜ਼ਾ ਤਸਵੀਰ ਹੈ ਕਿ ਸ਼ਰੇਆਮ ਜਿਹੜਾ ਹੈ ਉਹ ਘਰ ਤੋਂ ਨਸ਼ਾ ਜਿਹੜਾ ਚਿੱਟਾ ਵੇਚਿਆ ਜਾ ਰਿਹਾ। ਈਵਨ ਕਿ ਪੁਲਿਸ ਨੇ ਕੁਝ ਦਿਨ ਪਹਿਲਾਂ ਆਪਰੇਸ਼ਨ ਕਾਸੋ ਵੀ ਚਲਾਇਆ,
ਉਸ ਆਪਰੇਸ਼ਨ ਦੇ ਤਹਿਤ ਕੁਝ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ, ਕਈ ਜਗ੍ਹਾ ਫੜਿਆ ਗਿਆ, ਪਰ ਇਹਨਾਂ ਦੇ ਮਨਾਂ 'ਚ ਡਰ ਕਿਉਂ ਨਹੀਂ? ਕਿ ਇਹਨਾਂ ਦੇ ਪਿੱਛੇ ਕੋਈ ਵੱਡੇ ਆਕਾ ਬੈਠੇ ਆ, ਇਹਨਾਂ ਨੂੰ ਕਿਸੇ ਚੀਜ਼ ਦਾ ਖੌਫ ਨਹੀਂ? ਇਹ तमाम ਸਵਾਲਾਤ ਨੇ ਜਿਨ੍ਹਾਂ ਦੇ ਜਵਾਬ ਆਏ ਹੋਏ ਮਹਿਮਾਨਾਂ ਤੋਂ ਲਵਾਂਗੇ। ਰਸਮੀ ਤਾਰੂਫ ਕਰਵਾਉਂਦੇ ਹੋਏ ਉਹਨਾਂ ਦਾ ਚਰਚਾ 'ਚ ਇਸਤਕਬਾਲ ਕਰਾਂਗੇ। ਸਾਡੇ ਨਾਲ ਕਾਂਗਰਸ ਤੋਂ ਰੂਬੀ ਗਿੱਲ ਸਾਹਿਬ ਤਸ਼ਰੀਫ ਲੈ ਕੇ ਆਏ, ਜਨਾਬ ਜੀ ਆਇਆਂ ਨੂੰ। ਗੁਰਦੀਪ ਗੋਸ਼ਾ ਜੀ ਭਾਜਪਾ ਤੋਂ ਆਪਣੀ ਗੱਲਬਾਤ ਰੱਖਣਗੇ, ਸਵਾਗਤ ਹੈ। ਇਸਤਕਬਾਲ ਹੈ ਵਿਕਰਮ ਪਾਸੀ ਜੀ, ਆਮ ਆਦਮੀ ਪਾਰਟੀ ਦੇ ਬੁਲਾਰੇ ਨੇ, ਸੀਨੀਅਰ ਬੁਲਾਰੇ, ਤੁਹਾਡਾ ਸਵਾਗਤ ਹੈ ਇਸ ਚਰਚਾ 'ਚ। ਪਹਿਲਾਂ ਮੈਂ ਕਿਸੇ ਹੋਰ ਤੋਂ ਸਵਾਲ ਲਵਾਂ ਇਸ ਮੌਕੇ ਦੇ ਉੱਤੇ। ਪਾਸੀ ਸਾਹਿਬ, ਤੁਹਾਡਾ ਜਵਾਬ ਤੇ ਤੁਹਾਡੀ ਸਰਕਾਰ ਦੀ ਕਾਰਗੁਜ਼ਾਰੀ ਤੇ ਪੰਜਾਬ ਦੇ ਹਾਲਾਤ ਨੂੰ ਹੂਬਹੂ ਬਿਆਨਣਾ ਤੇ ਉਹਨੂੰ ਸੁਣਨਾ ਲੋਕਾਂ ਦੇ ਲਈ ਕਾਫੀ ਜ਼ਰੂਰੀ ਹੋਊਗਾ। ਕੀ ਕਹੋਗੇ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਲੈ ਕੇ? ਬਿਲਕੁਲ ਧਾਲੀਵਾਲ ਸਾਹਿਬ, ਪੰਜਾਬ ਸਰਕਾਰ ਨੇ ਜੋ ਅੰਕੜੇ ਪੇਸ਼ ਕੀਤੇ हैं, ਦੱਸੇ हैं, ਬਿਲकुल कार्रवाई हो रही है, सख्त एक्शन हो रहा है। पर ਅੱਜ ਵੀ ਨਸ਼ੇ ਦੀ ਸਮੱਸਿਆ ਬਹੁਤ ਵੱਡੇ ਵਿਕਰਾਲ ਰੂਪ ਦੇ ਵਿੱਚ ਹੈ। ਇਕੱਲੇ ਪੰਜਾਬ ਦੇ ਵਿੱਚ ਹੀ ਨਹੀਂ, ਨਜ਼ਦੀਕੀ ਸੂਬਿਆਂ ਦੇ ਵਿੱਚ, ਪੂਰੇ ਹਿੰਦੁਸਤਾਨ ਦੇ ਵਿੱਚ ਵਰਲਡ ਵਾਈਡ ਸਮੱਸਿਆ। ਔਰ ਮੈਂ ਇਸ ਗੱਲ ਤੋਂ ਧਾਲੀਵਾਲ ਸਾਹਿਬ ਇਨਕਾਰੀ ਨਹੀਂ ਹਾਂ ਕਿ ਅੱਜ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨੀ ਦਾ ਨੁਕਸਾਨ ਹੋ ਰਿਹਾ ਹੈ ਨਸ਼ਿਆਂ ਦੇ ਕਾਰਨ। ਇੱਕ ਗੱਲ ਤੁਸੀਂ ਬੜੀ ਅਹਿਮ ਕਹੀ ਹੈ ਕਿ ਇਹਨਾਂ ਲੋਕਾਂ ਨੂੰ ਡਰ ਕਿਉਂ ਨਹੀਂ। ਜਿਹੜੇ ਤੁਸੀਂ ਅੰਕੜੇ ਅੱਜ ਦੱਸੇ ਆ ਧਾਲੀਵਾਲ ਸਾਹਿਬ, ਤੁਹਾਡੀ ਸਕਰੀਨ ਤੇ ਵੀ ਚੱਲੇ ਆ, ਇਹ ਸੁਖਚੈਨ ਸਿੰਘ ਗਿੱਲ ਜੀ IGP ਸਾਹਿਬ ਨੇ ਪੂਰੀ ਡਿਟੇਲ ਦੇ ਵਿੱਚ ਦੱਸੇ ਆ। ਔਰ ਇਹ ਨਹੀਂ ਕਿ ਬਿਗ ਫਿਸ਼ ਨੂੰ ਨਹੀਂ ਪਕੜਿਆ ਗਿਆ, 2351 ਬਿਗ ਫਿਸ਼ ਪਕੜੀਆਂ ਗਈਆਂ। 12218 ਦੇ ਵਿੱਚੋਂ 1458 ਕਮਰਸ਼ੀਅਲ ਕੁਆਂਟੀਟੀ ਦੀ FIRs ਹੈ। ਔਰ 27 ਕਰੋੜ ਦੇ ਕਰੀਬ, 26 ਕਰੋੜ ਸਮਥਿੰਗ ਦੀ ਜਿਹੜੀ ਹੈ ਪ੍ਰੋਪਰਟੀ ਜ਼ਬਤ ਵੀ ਕੀਤੀ ਹੈ। ਪਰੰਤੂ ਉਸ ਦੇ ਬਾਵਜੂਦ ਵੀ ਤੁਸੀਂ ਦੇਖੋ ਕਿ ਕਿੱਡੇ ਵੱਡੇ ਲੈਵਲ ਤੇ ਇਹ ਨਸ਼ੇ ਦਾ ਕਾਰੋਬਾਰ ਚੱਲਿਆ ਆ ਰਿਹਾ। ਔਰ ਇਹ ਸਮੱਸਿਆ ਤਕਰੀਬਨ ਪਿਛਲੇ 15 ਤੋਂ 17 ਸਾਲਾਂ ਦੇ ਤੋਂ ਲੈ ਕੇ 15 ਤੋਂ 17 ਸਾਲ ਪਹਿਲਾਂ ਤੋਂ ਲੈ ਕੇ ਲਗਾਤਾਰ ਵਿਕਰਾਲ ਰੂਪ ਦੇ ਵਿੱਚ ਰਹੀ। ਔਰ ਹੈਰਾਨਗੀ ਵਾਲੀ ਧਾਲੀਵਾਲ ਸਾਹਿਬ ਗੱਲ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਕਿ ਹਰਿਆਣਾ ਦੇ ਵਿੱਚ CM ਖੱਟੜ ਸਾਹਿਬ ਨੇ ਵੀ ਖੁਦ ਮੰਨਿਆ ਕਿ ਫਤਿਆਬਾਦ ਔਰ ਸਿਰਸਾ ਜ਼ਿਲ੍ਹਿਆਂ ਦੇ ਵਿੱਚ 40 ਡੈਥਸ ਹੋ ਗਈਆਂ। ਇਹ ਕਾਰਨ ਹੈ। ਇਹਦਾ ਮਤਲਬ ਕੀ ਹੈ ਕਿ ਹਿੰਦੁਸਤਾਨ ਦੇ ਵਿੱਚ ਬਹੁਤ ਵੱਡੇ ਲੈਵਲ ਦੇ ਵਿੱਚ, ਆਪਾਂ ਪੰਜਾਬ ਦੀ ਵੀ ਗੱਲ ਕਰ ਰਹੇ ਹਾਂ, ਪੰਜਾਬ ਦੇ ਵਿੱਚ ਵੀ ਵੱਡੇ ਲੈਵਲ ਦੇ ਵਿੱਚ ਇਹ ਜਿਹੜੇ ਹੈ ਨਸ਼ਾ ਤਸਕਰ, ਛੋਟੇ ਪੈਡਲਰਸ, ਵੱਡੇ ਪੈਡਲਰਸ, ਪਿੱਛੇ ਕਿੰਗ ਪਿੰਸ ਮੌਜੂਦ ਹੈ। ਔਰ ਇਹਦੇ ਲਈ ਮੈਂ ਇਹਨੂੰ ਬਲੇਮ ਗੇਮ ਚ ਨਾ ਲੈਂਦੇ ਹੋਏ ਇਹਦੀ ਪਾਸੀ ਸਾਹਿਬ ਠੀਕ ਹੈ, ਮੈਂ ਤੁਹਾਨੂੰ ਸਮਾਂ ਦਿੱਤਾ, ਤੁਸੀਂ ਆਪਣੀ ਗੱਲ ਰੱਖੀ ਹੈ, ਤਾਂ ਮੈਂ ਅੰਕੜੇ ਵੀ ਸਰਕਾਰ ਦੇ ਦੱਸ ਦਿੱਤੇ। ਜਿਹੜੇ ਕਿੰਗ ਪਿਨ ਦੀ ਤੁਸੀਂ ਗੱਲ ਕਰਦੇ ਹੁੰਦੇ ਸੀਗੇ ਜਦੋਂ ਓਪੋਜੀਸ਼ਨ ਦੇ ਵਿੱਚ ਹੁੰਦੇ ਸੀਗੇ, ਜਿਹੜੇ ਵੱਡੇ ਮਗਰਮੱਛ ਫੜਨ ਦੀ ਗੱਲ ਕਰਦੇ ਹੁੰਦੇ ਸੀ ਜਦੋਂ ਓਪੋਜੀਸ਼ਨ ਸੀ, ਉਹ ਵੱਡੇ ਮਗਰਮੱਛ ਫੜ ਲਏ ਆ ਜਾਂ ਨਹੀਂ ਫੜੇ ਗਏ? ਬਿਲਕੁਲ ਕਾਰਵਾਈ ਚੱਲ ਰਹੀ ਹੈ। ਤੁਸੀਂ ਇੱਕ ਚੀਜ਼ ਹੋਰ ਦੇਖੋ ਨਾ ਧਾਲੀਵਾਲ ਸਾਹਿਬ, ਮੈਂ ਇਸੇ ਲਈ ਦੱਸਿਆ ਕਿ 1458 ਤੱਕ ਕਮਰਸ਼ੀਅਲ 1 ਸਾਲ ਦੀਆਂ FIRs ਹੈ। ਪਿਛਲੇ ਸਾਲ ਵੀ 17000 ਹੋਈਆਂ। ਨਸ਼ਾ ਪੰਜਾਬ ਦੇ ਵਿੱਚ ਐਡੀ ਵੱਡੀ ਗਿਣਤੀ ਦੇ ਵਿੱਚ ਇਹ ਡਰੋਨ ਰਾਹੀਂ ਵੀ ਆ ਰਿਹਾ। ਚੀਮਾ ਸਾਹਿਬ ਦਾ ਤੁਸੀਂ ਬਿਆਨ ਦੇਖਿਆ ਹੋਣਾ, ਖੁਦ ਪਾਕਿਸਤਾਨ। ਚਲੋ ਠੀਕ ਹੈ ਪਾਸੀ ਸਾਹਿਬ ਠੀਕ ਹੈ। ਮੈਂ ਤੁਸੀਂ ਗੱਲ ਕਹਿਤੀ ਮੈਂ ਮੰਨ ਲਿਆ, ਤੁਸੀਂ ਗੱਲ ਕਹਿਤੀ, ਪਰ ਓਪੋਜੀਸ਼ਨ ਪਾਰਟੀ ਕਾਂਗਰਸ ਹੈ। ਮੈਂ ਜ਼ਰੂਰ ਉਹਨਾਂ ਤੋਂ ਪੁੱਛਣਾ ਚਾਹੂੰਗਾ ਬੁਲਾਰੇ ਤੋਂ ਕਿ ਜਿਹੜੀ ਓਪੋਜੀਸ਼ਨ ਧਿਰ ਹੈ ਉਹ ਸੈਟੀਸਫਾਈ ਹੈ ਸਰਕਾਰ ਦੇ ਅੰਕੜਿਆਂ ਤੋਂ, ਸੈਟੀਸਫਾਈ ਹੈ ਕਿ ਕਾਰਵਾਈ ਹੋ ਰਹੀ ਹੈ ਤੇ ਹੋਰ ਵੀ ਬਹੁਤ ਜਲਦ ਹੋਵੇਗੀ? ਦੇਖੋ, ਸਾਰੀਆਂ ਸਰਕਾਰਾਂ ਅਲੱਗ-ਅਲੱਗ ਅੰਕੜੇ ਪੇਸ਼ ਕਰਦੀਆਂ ਰਹੀਆਂ। ਚਲੋ ਕੈਪਟਨ ਸਾਹਿਬ ਨੇ ਵੀ ਕਿਹਾ ਸੀ ਵੀ 4 ਮਹੀਨਿਆਂ 'ਚ ਕਰ ਦਾਂਗੇ। ਜੇ ਇੱਥੇ ਅੰਕੜੇ ਵਧੇ ਤੇ मतलब नशा भी ਵਧਿਆ। नीयत में खराबी नहीं होनी चाहिए। केजरीवाल साहब ने कहा 4 दिन में करके दिखाए, पर मैं गंदी राजनीति नहीं करना चाहता। मैं तो सरकारां नूं दोष नहीं देना चाहता भी सरकारां चिट्टा विकाउंदियां। ये गलत साडे लोकां दे दिमाग दे विच गल बिठाई गई है भी जिहड़ा किहड़ा उठदा सरकार दे उल्ट जाके इल्जाम ला दिंदा सरकार दे कोई रेड़ी ला के तां चिट्टा वेचदी नहीं पई। पर गल ये है भी पंजाब ही क्यों, मुख्यमंत्री साहब की मैं एक गल नाल सहमत भी है कि जिवें जम्मू कश्मीर है, राजस्थान है, हरियाणे चों आंकड़े बदले है, बिल्कुल बदले है, या दिल्ली है या होर महाराष्ट्र है कि पंजाब दे विच ही क्यों इंजैक्शनां दे नाल नौजवानां दी मौत हुंदी है। इत्थे हरियाणे दे विच नौजवान एक दूजे नूं वेख के भलवानी करदे आ। असीं गाने सुन के चिट्टे वाले ते साडे दिमाग दा सैटअप ही वो बन गया। ते कल्ला चिट्टा नहीं, एक ये भी गलत फहमी है अपने नवजोत जी कि लोग कह दिंदे भी बस चिट्टा ही एक नशा है। मैडिकलां दे उत्ते जिहड़ा मानसे वाला झोटा कार्रवाइयां करदा सी, कुछ चीज़ां ठीक सी, चलो कानून ने देखिया कि सही किया कि गलत किया, मैं उस गल च पैना नहीं चाहता। मैडिकलां ते प्रैगा नाम का कैप्सूल हुंदा
ਜਿਹਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਹੁੰਦਾ। ਬਰੂਪਨ ਨਾਮ ਦੀ ਗੋਲੀ ਹੁੰਦੀ ਹੈ ਜਿਹੜੀ ਜੀਭ ਤੇ ਥੱਲੇ ਰੱਖਣ ਵਾਲੀ, ਜਿਹਨੂੰ ਪੰਜਾਬੀ 'ਚ ਆਪਾਂ ਕਹਿ ਦਿੰਦੇ ਆ, ਜਿਹੜੀ ਸਰਕਾਰੀ ਹਸਪੀਟਲਾਂ ਤੋਂ ਮਿਲਦੀ ਹੈ। ਉਸ ਗੋਲੀ ਦੀ ਵੀ ਬੜੇ ਵੱਡੇ ਪੱਧਰ ਤੇ ਦੁਰਵਰਤੋਂ ਹੋ ਰਹੀ ਹੈ। ਉਸ ਗੋਲੀ ਨੂੰ ਮਿਕਸ ਕਰਕੇ ਨੌਜਵਾਨਾਂ ਨੂੰ ਦੇ ਦਿੱਤਾ ਜਾਂਦਾ। ਜਦੋਂ ਇੰਜੈਕਟ ਕਰਦੇ ਆ, ਨੌਜਵਾਨ ਓਵਰਡੋਜ਼ ਕਰਕੇ ਉਹਦੀ ਮੌਤ ਹੋ ਜਾਂਦੀ। ਹਾਥੀ ਨੂੰ ਬੇਹੋਸ਼ ਕਰਨ ਵਾਲੀ ਦਵਾਈ ਵੀ ਵਿੱਚ ਮਿਲਾਈ ਜਾਂਦੀ ਹੈ। ਕਾਫੀ ਪਿੱਛੇ ਜੇ ਪਿਛਲੀ ਸਰਕਾਰ 'ਚ ਵੀ ਕਾਫੀ ਇਦਾਂ ਦੇ ਲੋਕ ਫੜੀਚੇ ਜਿਹੜੇ ਇੱਥੇ ਡਰੱਗ ਤਿਆਰ ਕਰੀ ਜਾਂਦੇ ਆ, ਜਾਂ ਦਿੱਲੀ 'ਚ ਕਰੀ ਜਾਂਦੇ ਆ, ਜਾਂ ਅਜੇ ਤੱਕ ਕਰੀ ਜਾਂਦੇ ਆ। ਰੇਲਵੇ ਸਟੇਸ਼ਨਾਂ ਤੇ ਬਹਿ ਕੇ ਇਸ ਸਰਕਾਰ 'ਚ ਕਿਹੜਾ ਚਿੱਟਾ ਨਹੀਂ ਵਿਕਿਆ। ਪਰ ਗੱਲ ਇਹ ਵੀ ਅਸੀਂ ਵਿਜ਼ਨ ਵਾਲੇ ਪਾਸੇ ਨਹੀਂ ਜਾ ਰਹੇ ਵੀ ਇਹਨੂੰ ਰੋਕਣਾ ਕਿਵੇਂ। ਮੈਂ ਵੀ ਬੜੇ ਕੈਂਪ ਲਵਾਏ ਆ, ਬੜੇ ਲੈਕਚਰ ਦਿੱਤੇ ਆ, ਬੜੀਆਂ ਡਿਬੇਟਾਂ 'ਚ ਵੀ ਹਿੱਸਾ ਲਿਆ। ਮੈਂ ਕਹਿੰਦਾ ਜਿੰਨੀਆਂ ਰੋਜ਼ਾਨਾ ਸਪੋਕਸਮੈਨ ਨੇ ਨਸ਼ੇ ਤੇ ਡਿਬੇਟਾਂ ਕੀਤੀਆਂ, ਵਧੀਆ ਗੱਲ ਆ, ਮੈਂ ਤੁਹਾਡਾ ਧੰਨਵਾਦ ਵੀ ਕਰਦਾ। ਤੁਸੀਂ ਵਿਚਾਰ ਚਰਚਾ ਤਾਂ ਕਰ ਰਹੇ ਹੋ, ਨਵਜੋਤ ਦੀ ਖਾਸ ਤੌਰ ਤੇ ਤੁਹਾਡਾ। ਪਰ ਗੱਲ ਇਹ ਵੀ ਇਹਨੂੰ ਖਤਮ ਕਿਵੇਂ ਕਰੀਏ। ਖਤਮ ਅਸੀਂ ਉਹਨਾਂ ਚਿਰ ਨਹੀਂ ਕਰ ਸਕਦੇ ਜਿੰਨਾ ਚਿਰ ਅਸੀਂ ਨੌਜਵਾਨਾਂ ਨੂੰ ਸਪੋਰਟਸ ਨਾਲ, ਨੌਜਵਾਨਾਂ ਨੂੰ ਬੇਰੁਜ਼ਗਾਰੀ ਤੋਂ ਨਹੀਂ ਕੱਢਦੇ। ਅੱਜ ਜਿਹੜੇ ਗੰਦੇ ਸਾਡੇ ਗਾਣਿਆਂ ਦਾ ਕਲਚਰ ਹੈ, ਨਸ਼ਿਆਂ ਵਾਲਾ, ਗੋਲੀਆਂ ਬੰਦੂਕਾਂ ਵਾਲਾ, ਉਹਦੇ ਤੋਂ ਨੌਜਵਾਨਾਂ ਨੂੰ ਨਹੀਂ ਕੱਢਦੇ। ਜਦੋਂ ਅਸੀਂ ਨੌਜਵਾਨਾਂ ਨੂੰ ਇੱਕ ਚੰਗੀ ਦਿਸ਼ਾ ਨਹੀਂ ਦਿੰਦੇ, ਵਿਜ਼ਨ ਡੀ ਐਡਿਕਸ਼ਨ ਸੈਂਟਰ ਹੋਣੇ ਚਾਹੀਦੇ ਆ। ਕਿਉਂ ਨਹੀਂ ਪੰਜਾਬ ਦੇ ਵਿੱਚ ਜਿਹੜੇ ਨਸ਼ਾ ਛੁਡਾਊ ਕੇਂਦਰ, ਉੱਥੇ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ। ਇੱਕ ਕਾਉਂਸਲਿੰਗ ਸੈਂਟਰਸ ਕਿ ਨੌਜਵਾਨਾਂ ਦੇ ਦਿਮਾਗ 'ਚੋਂ ਇਹ ਚੀਜ਼ ਕੱਢਣੀ। ਹੁਣ ਕੈਨੇਡਾ ਦੇ ਵਿੱਚ ਹਰ ਰੋਜ਼ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਕੋਈ ਕਹਿੰਦਾ ਅਫੀਮ ਖਾਣ ਨਾਲ, ਕੋਈ ਕਹਿੰਦਾ ਚਿੱਟਾ ਪੀਣ ਦੇ ਨਾਲ। ਤੇ ਗੁਰੂ ਘਰ ਉੱਥੇ ਗੁਰਦੁਆਰਾ ਸਾਹਿਬ ਉੱਥੇ ਪੈਸੇ ਇਕੱਠੇ ਕਰਕੇ ਤੇ ਉਹਨਾਂ ਦੀ ਡੈੱਡ ਬੋਡੀਆਂ ਪੰਜਾਬ 'ਚ ਭੇਜ ਰਿਹਾ। ਕਿਹੜੇ ਪਾਸੇ ਨੂੰ ਤੁਰ ਪਿਆ ਸੀ। ਅਮਰੀਕਾ 'ਚ ਕਿਹੜਾ ਨੌਜਵਾਨਾਂ ਦੀ ਮੌਤ ਨਹੀਂ ਹੋ ਰਹੀ। ਇਹ ਸਮੱਸਿਆ ਵਰਲਡ ਲੈਵਲ ਦੀ ਹੈ। ਪਰ ਪੰਜਾਬ ਨੂੰ ਖਤਮ ਕਰਨ ਦਾ ਇੱਕ ਬੜਾ ਵੱਡਾ ਸ਼ੜਯੰਤਰ ਸੀ, ਕਿਉਂਕਿ 2007 ਤੋਂ ਬਾਅਦ ਸਮੈਕ ਆਈ, ਚਿੱਟਾ ਆਇਆ, ਇਹ ਗੋਲੀਆਂ, ਇਹ ਦਿਨੋਂ ਦਿਨ ਚੀਜ਼ ਵੱਧ ਰਹੀ ਹੈ। ਮੈਂ ਤਾਂ ਆਪਦੇ ਨੌਜਵਾਨ ਨਾਲ ਰਹਿੰਦਿਆਂ ਨੂੰ ਵੇਖਦਾ, ਮੈਨੂੰ ਲੱਗਦਾ 100 ਦੇ ਵਿੱਚੋਂ ਕੀ ਮੈਨੂੰ ਲੱਗਦਾ 10 ਮੁੰਡੇ ਨਹੀਂ ਬਚੇ ਹੋਣੇ, 90 ਨਸ਼ਾ ਕਰੀ ਜਾਂਦੇ ਆ। ਜਿਹਨੂੰ ਦੇਖੀਦਾ ਕੋਈ ਨਾ ਕਿਸੇ ਚੀਜ਼ ਦਾ ਲੱਗਦਾ ਕਿ ਜਿਹੜੇ ਮਾਫੀਆਜ਼ ਨੇ ਨਾ, ਇਹਨਾਂ ਦਾ ਵੀ ਕੋਈ ਆਪਸ ਦੇ ਵਿੱਚ ਰੂਬੀ ਜੀ ਇੰਟਰਲਿੰਕ ਹੈਗਾ। ਤੁਸੀਂ ਇੱਕ ਗੱਲ ਦੇਖਿਓ, 2004 ਤੋਂ ਬਾਅਦ ਇੱਕੋ ਦਮ ਪੰਜਾਬ ਦੇ ਵਿੱਚ ਇੱਕ ਭੂ ਮਾਫੀਆ ਨੇ ਐਂਟਰ ਕੀਤਾ। ਰੇਟ ਡੇ ਬਾਈ ਡੇ ਇਨਕਰੀਜ਼ ਹੋਣੇ ਸ਼ੁਰੂ ਹੋ ਗਏ। ਜਿਹੜੀ ਪੈਲੀ ਦਾ ਰੇਟ 5 ਲੱਖ ਰੁਪਏ ਏਕੜ ਸੀਗਾ, ਉਹ 15-20 ਲੱਖ ਦੇ ਵਿਕੀਆਂ, 15 ਵਾਲੀਆਂ ਕਰੋੜ ਦੇ ਵਿਕੀਆਂ। ਉਦੋਂ ਪਹਿਲਾ ਟਾਈਮ ਸੀ ਜਦੋਂ ਪੰਜਾਬ ਦੀ ਜ਼ਮੀਨਾਂ ਕਰੋੜਾਂ 'ਚ ਵਿਕੀਆਂ ਸੀਗੀਆਂ। ਚਿੱਟੇ ਕੁੜਤੇ ਪਜਾਮੇ ਸਵਾਏ ਲਾਲ ਰੰਗ ਦੇ ਨੋਟ ਵਿੱਚ ਪਾਏ ਤੇ ਥੋੜੇ ਕੁ ਚਿਰ ਬਾਅਦ ਚਿੱਟਾ ਆ ਗਿਆ ਤੇ ਉਹ ਚਿੱਟੇ ਕੁੜਤੇ ਪਜਾਮੇ ਤੇ ਉਹ ਸਾਰੇ ਲਾਲ ਨੋਟ ਜਿਹੜੇ ਆ ਉਹ ਖਤਮ ਕਰ ਗਿਆ। ਮੈਨੂੰ ਲੱਗਦਾ ਕੋਈ ਜਿਹੜੀ ਛੜਯੰਤਰ ਤੁਸੀਂ ਗੱਲ ਕਰਦੇ ਹੋ ਵਾਕਈ ਨੇੜੇ ਤੇੜੇ ਗੱਲ ਹੈ। ਗੋਸ਼ਾ ਨੂੰ ਵੀ ਪੁੱਛਣਾ ਚਾਹੂੰਗਾ, ਪ੍ਰਧਾਨ ਮੰਤਰੀ ਸਾਹਿਬ ਨੇ ਸ਼ਲਾਘਾ ਕੀਤੀ ਹੈ ਹੁਣ ਪਿੱਛੇ ਜੇ ਕਿ ਪੰਜਾਬ ਦੇ ਵਿੱਚ ਨਸ਼ਾ ਘਟ ਰਿਹਾ ਹੈ, ਵੀ ਇਹਦਾ ਮਤਲਬ ਸਰਕਾਰ ਚੰਗਾ ਕੰਮ ਕਰ ਰਹੀ ਹੈ। ਗੋਸ਼ਾ ਜੀ, ਧਾਲੀਵਾਲ ਸਾਹਿਬ, ਇਦਾਂ ਵੀ ਪਹਿਲਾਂ ਤਾਂ ਮੈਂ ਨਸ਼ੇ ਦੀ ਜਿਹੜੀ ਗੱਲ ਕਰੂੰਗਾ, ਨਸ਼ੇ ਦਾ ਇਕੱਲਾ ਪੰਜਾਬ ਦਾ ਮੁੱਦਾ ਨਹੀਂ, ਸਮੁੱਚੀ ਦੁਨੀਆ ਦਾ ਮੁੱਦਾ। ਬਿਲਕੁਲ ਇਹ ਸਹੀ ਗੱਲ ਹੈ, ਸਮੁੱਚੀ ਦੁਨੀਆ ਦੇ ਨਸ਼ੇ ਦਾ ਚਿੰਤਾ ਹੈਗੀ ਆ। ਪਰ ਪੰਜਾਬ ਹੀ ਕਿਉਂ? ਪੰਜਾਬ ਇਸ ਕਰਕੇ ਜ਼ਿਆਦਾ ਚਿੰਤਾ ਕਿ ਪਹਿਲਾਂ ਹੀ ਗੱਲ ਅਸੀਂ ਪੰਜਾਬੀ ਹਾਂ, ਦੂਜੀ ਗੱਲ ਹੈ ਗੁਰੂਆਂ ਦੀ ਤੇ ਸਾਹਿਬਜ਼ਾਦੇ ਦੀ ਧਰਤੀ ਹੈ। ਜਿਸ ਧਰਤੀ ਤੇ ਜੰਗਲਾਂ ਦੇ ਵਿੱਚ, ਮਾਛੀਵਾੜੇ ਦੇ ਜੰਗਲਾਂ 'ਚ ਦਸਮ ਪਾਤਸ਼ਾਹ ਰਹੇ ਹੋਣ, ਉੱਥੇ ਨੌਜਵਾਨਾਂ ਦੀ ਮੌਤ ਹੋਵੇ। ਜਿਸ ਜਗ੍ਹਾ ਤੇ ਛੋਟੇ ਸਾਹਿਬਜ਼ਾਦੇ ਦੀ ਸ਼ਹਾਦਤ ਹੋਵੇ, ਉੱਥੇ ਨੌਜਵਾਨਾਂ ਦੀ ਮੌਤ ਹੋਵੇ। ਜਿੱਥੇ ਚੜ੍ਹਦੀ ਕਲਾ ਦੇ ਗੀਤ ਗਾਉਂਦੇ ਗਏ ਹੋਣ, ਉੱਥੇ ਨੌਜਵਾਨਾਂ ਦੀ ਨਸ਼ੇ 'ਚ ਮੌਤ ਹੋਵੇ, ਤੇ ਸਾਡੇ ਵਾਸਤੇ ਬਹੁਤ ਵੱਡੀ ਕਲੰਕਿਤ ਹੈ। ਹੁਣ ਜਿਹੜੀ ਪ੍ਰਧਾਨ ਮੰਤਰੀ ਸਾਹਿਬ ਦੀ ਗੱਲ ਕਰਦੇ, ਪ੍ਰਧਾਨ ਮੰਤਰੀ ਸਾਹਿਬ ਨੇ ਇਹ ਗੱਲ ਕਿਹਾ, ਕੁਝ ਲੋਕਾਂ ਨੇ ਵੀਡੀਓ ਬਣਾ ਕੇ ਭੇਜੀ ਵੀ ਨਸ਼ਾ ਛੱਡਿਆ ਤੇ ਅਸੀਂ ਖੇਡਾਂ 'ਚ ਲੱਗ ਗਏ ਆ। ਚੰਗੀ ਗੱਲ ਹੈ, ਖੇਡਾਂ 'ਚ ਲੱਗਣਾ ਚਾਹੀਦਾ। ਨਵਜੋਤ ਜੀ, ਮੈਂ ਦੂਜੀਆਂ ਸਟੇਟਾਂ ਦੇ ਵਿੱਚ, ਕਈ ਸਟੇਟਾਂ ਦੇ ਵਿੱਚ ਜਾਣਾ, ਉੱਥੇ ਬੱਚਿਆਂ ਨਾਲ ਗੱਲ ਕਰਦਾ, ਉਹ ਬੱਚੇ ਗੱਲ ਕਰਦੇ ਆ ਕਿ ਅਸੀਂ IPS ਬਣਨਾ, IRS ਬਣਨਾ, IFS ਬਣਨਾ। ਹਰਿਆਣੇ ਦੇ ਬੱਚਿਆਂ ਨਾਲ ਗੱਲ ਕਰਦੇ ਆ, ਉਹ ਕਹਿੰਦੇ ਸੀ ਖਿਡਾਰੀ ਬਣਨਾ। ਪੰਜਾਬ ਦੇ ਬੱਚਿਆਂ ਨਾਲ ਗੱਲ ਕਰਦੇ ਆ, ਅਸੀਂ ਕਿਤੇ ਬਾਹਰ ਜਾਣਾ। ਅੱਗੇ ਇਕੱਲੇ ਪਿੰਡਾਂ ਦੇ ਬੱਚੇ ਬਾਹਰ ਜਾਂਦੇ ਹੁੰਦੇ ਸੀਗੇ, ਹੁਣ ਸ਼ਹਿਰਾਂ ਦੇ ਬੱਚੇ ਵੀ, ਜਿਹੜੇ ਵਪਾਰੀ ਆ, ਉਹਨਾਂ ਦੇ ਬੱਚੇ ਵੀ ਬਾਹਰ ਜਾ ਰਹੇ ਆ। ਉਹਨਾਂ ਨੂੰ ਕਾਰਨ ਪੁੱਛਦੇ ਆ, ਉਹਨਾਂ ਦੇ ਮਾਪਿਆਂ ਨੂੰ ਪੁੱਛਦੇ ਵੀ ਤੁਸੀਂ ਤਾਂ ਕਰੋੜਪਤੀ ਹੋ, ਤੁਹਾਡਾ ਕੰਮ ਕਰ ਰਿਹਾ ਤੇ ਸੈਟਲ ਹੈ, ਬਾਹਰ ਕਿਉਂ ਪੁੱਜ ਰਹੇ? ਉਹ ਕਹਿੰਦੇ ਜੀ ਇੱਥੇ ਕ੍ਰਾਈਮ ਬੜਾ ਵੱਧ ਗਿਆ, ਇੱਥੇ ਨਸ਼ਾ ਬੜਾ ਵੱਧ ਗਿਆ। ਚਿੰਤਾ ਦਾ ਵਿਸ਼ੇ ਹੈ। ਜਿਹੜੇ ਤੱਥ ਅੱਜ ਪੇਸ਼ ਕੀਤੇ ਆ, ਜਿਹੜੇ DGP ਸਾਹਿਬ ਨੇ ਜਦ ਸਰਕਾਰ ਨੇ ਤੱਥ ਪੇਸ਼ ਕੀਤੇ ਆ, ਉਸ ਤੱਥਾਂ ਦੇ ਵਿੱਚ ਇਹਨਾਂ ਨੇ ਗੱਲ ਕੀਤੀ ਵੀ 10 ਲੱਖ ਨੌਜਵਾਨ ਨਸ਼ਾ ਕਰਦੇ ਆ, ਜਿਸ ਚੋਂ 6 ਲੱਖ ਨੌਜਵਾਨ ਗੱਲ ਕੀਤੀ ਹੈ ਵੀ ਆਮ ਡੀ ਐਡਿਕਸ਼ਨ ਸੈਂਟਰ 'ਚ ਬੈਠੇ, ਜਿਹੜੇ ਪ੍ਰਾਈਵੇਟ ਹੈ, ਤੇ 2 ਲੱਖ ਤੋਂ ਕਿੰਨੇ ਜਿਹੜੇ ਸਰਕਾਰੀ ਤੇ ਬੈਠੇ ਆ। ਪਰ ਇਹ ਤੱਥ ਠੀਕ ਨਹੀਂ ਹੈਗੇ ਨਵਜੋਤ ਜੀ, ਤੱਥ 40 ਲੱਖ ਤੋਂ ਵੱਧ ਹੈ। ਹੁਣ ਗੱਲ ਕੀਤੀ ਕਿ ਭਗਵੰਤ ਮਾਨ ਦੀ ਤੁਸੀਂ ਵੀਡੀਓ ਸੁਣਾ ਵੀ ਦਿੱਤੀ ਹੈ, ਜਿਸ 'ਚ ਖੁਦ ਕਹਿ ਰਹੇ ਸੀ ਵੀ ਹੁਣ ਬਾਹਰੋਂ ਨਸ਼ਾ ਨਹੀਂ ਆਉਂਦਾ, ਇੱਥੇ ਹੀ ਬਣਦਾ। ਇਹਦਾ ਇੱਕ ਸਬੂਤ ਵੀ ਮਿਲਿਆ ਹੈ। 135 ਕਰੋੜ ਦੀ ਹੀਰੋਇਨ ਲੁਧਿਆਣੇ ਦੇ ਵਿੱਚ 32 ਕਿਲੋ ਹੀਰੋਇਨ ਇੱਥੇ ਫੜੀ ਗਈ, ਜਿਸ 'ਚ 2 ਜਿਹੜੇ, ਇੱਕ ਲੁਧਿਆਣੇ ਦਾ ਵਾਸੀ ਸੀਗਾ ਤੇ 2 ਜਿਹੜੇ ਅਫਗਾਨਿਸਤਾਨ ਤੋਂ ਆਏ ਸੀ, ਇੱਥੇ ਹੀ ਨਸ਼ਾ ਬਣਾਉਂਦੇ ਸੀਗੇ, ਕੈਮੀਕਲ ਨਾਲ ਮਿਕਸ ਕਰਕੇ। ਸਾਰਿਆਂ ਨੇ ਜਿੱਦਾਂ ਦੇ ਬੁਲਾਰਿਆਂ ਨੇ ਦੱਸਿਆ ਨਾ, ਬੁਲਾਰਿਆਂ ਨੇ ਉਦਾਂ ਹੀ ਨਸ਼ਾ ਮਿਕਸ ਕਰਕੇ ਬਣਾਉਂਦੇ ਸੀ। ਹੁਣ ਇਹ ਜ਼ਿੰਮੇਵਾਰੀ ਕਿਹਦੀ ਸੀ? ਦੇਖੋ, ਜ਼ਿੰਮੇਵਾਰੀ ਮੈਂ ਕਹਿੰਦਾ ਜਿਹੜੀ ਸਰਕਾਰ, ਮੌਜੂਦਾ ਸਰਕਾਰ, ਉਹਦੀ ਜ਼ਿੰਮੇਵਾਰੀ ਸੀ, ਕਿਉਂਕਿ ਭਗਵੰਤ ਮਾਨ ਜੀ ਨੇ, ਕੇਜਰੀਵਾਲ ਸਾਹਿਬ ਨੇ ਸੱਥਾਂ ਦੇ ਉੱਤੇ ਵਿੱਚ ਬੋਲ ਕੇ,
ਥੜੀਆਂ ਦੇ ਉੱਤੇ ਚੜ ਕੇ ਬੜੇ ਪੱਛ ਦਿੱਤੇ ਸੀ ਵੀ ਇਹ ਸਾਡੀ ਨੀਅਤ ਸਾਫ਼ ਹੋਣੀ ਚਾਹੀਦੀ ਹੈ, ਨੀਅਤ ਸਾਫ਼ ਹੋਵੇ ਤੇ ਕਰ ਦਾਂਗੇ। ਪੁਰਾਣੀਆਂ ਸਰਕਾਰਾਂ ਦੂਸ਼ਣਬਾਜ਼ੀ ਬੜੀ ਕੀਤੀ। ਮੈਂ ਇਹ ਵੀ ਗੱਲ ਕੱਲੀ ਨਹੀਂ ਕਹਿੰਦਾ ਵੀ ਕੱਲੇ ਲੀਡਰ ਨਸ਼ੇ ਦੇ ਵਿੱਚ ਹੁੰਦੇ ਆ, ਸਬੰਧ ਹੁੰਦੇ ਆ, ਬਿਊਰੋਕਰੇਟਸਾਂ ਦੇ ਵੀ ਸਬੰਧ ਨਿਕਲੇ, ਕੋਈ ਪੁਲਿਸ ਅਧਿਕਾਰੀਆਂ ਦੇ ਸਬੰਧ ਵੀ ਨਿਕਲੇ, ਉਹ ਠੀਕ ਹੈ। ਪਰ ਹੁਣ ਪੰਜਾਬ ਦੀ ਨੌਜਵਾਨੀ ਨੂੰ ਬਚਾਵਾਂਗੇ ਕਿੱਦਾਂ? ਪੰਜਾਬ ਦੀ ਨੌਜਵਾਨੀ ਦਾ ਰੂਟ ਮੈਪ ਕਿੱਦਾਂ ਬਣੇਗਾ? ਉਹ ਸਾਨੂੰ ਪਰਿਵਾਰਾਂ ਨੂੰ ਵੀ ਸਮਝਣਾ ਪੈਣਾ, ਪਰਿਵਾਰਾਂ ਦੇ ਨਾਲ ਨਾਲ NGO ਨੂੰ ਵੀ ਸਮਝਣਾ ਪੈਣਾ, ਤੇ ਨਾਲ ਨਾਲ ਸਰਕਾਰ ਨੂੰ ਆਪਣੀ ਨੀਅਤ ਵੀ ਠੀਕ ਕਰਨੀ ਪੈਣੀ ਹੈ। ਨਵਜੋਤ ਜੀ ਤਾਂ ਚਿੰਤਾ ਦਾ ਵਿਸ਼ੇ ਜ਼ਿਆਦਾ ਹੈ। ਔਰ ਹੈਰਾਨੀ ਛੱਡੋ, ਮੈਂ ਕਹਿ ਰਿਹਾ ਕਿ ਪਰੇਸ਼ਾਨੀ ਵਾਲੀ ਗੱਲ ਹੈ। ਇੱਕ ਤਸਵੀਰ ਹੈਗੀ ਹੈ, ਮੈਂ ਆਪਣੀ ਟੀਮ ਨੂੰ ਕਹੂੰਗਾ ਕਿ ਉਹਨੂੰ ਵੀ ਜ਼ਰੂਰ ਪਲੇ ਕਰੋ, ਜਿਹਦੇ ਵਿੱਚ ਉਹ ਇੱਕ ਖਾਕੀ ਧਾਰੀ ਜਿਹੜਾ ਹੈ ਉਹ ਚਿੱਟੇ ਦਾ ਸੇਵਨ ਕਰ ਰਿਹਾ ਹੈ। ਪਿੱਛੇ ਜਿਹੇ ਵੀਡੀਓ ਆਈ। ਹੁਣ ਜਿਨ੍ਹਾਂ ਨੇ ਬਚਾਉਣਾ ਸੀ ਉਹ ਆਪ ਲੱਗ ਗਏ ਆ। ਜਦੋਂ ਖਾਕੀ ਧਾਰੀ, ਖਾਦੀ ਧਾਰੀ ਔਰ ਜਿਹੜੇ ਨਸ਼ੇੜੀ ਆਲਰੇਡੀ ਹੈਗੇ, ਜਦੋਂ ਇਹ ਸਾਰੇ ਇੱਕੋ ਰੰਗ ਦੇ ਵਿੱਚ ਰੰਗੇ ਗਏ ਤੇ ਹੁਣ ਕੌਣ ਕਿਸੇ ਦਾ ਸਾਈਂ, ਕੌਣ ਕਿਸੇ ਦਾ ਬੇਲੀ? ਗੱਲ ਤਾਂ ਇਹ ਆ। ਪਰ ਪਾਸੀ ਸਾਹਿਬ, ਜਿਹੜੀ ਗੋਸ਼ਾ ਸਾਹਿਬ ਨੇ ਗੱਲ ਕਹੀ ਹੈ ਕਿ ਜਿਹੜੇ ਦਾਅਵੇ ਤੁਸੀਂ ਕੀਤੇ ਸੀਗੇ ਕਿ ਕੋਈ ਵੀ ਪੋਲੀਟੀਕਲ ਪਾਰਟੀ ਆ ਉਹ ਦਾਅਵੇ ਕਰਕੇ ਸੱਤਾ ਦੇ ਚਬੂਤਰੇ ਤੇ ਬਿਰਾਜਮਾਨ ਹੁੰਦੀ ਆ, ਤੇ ਉਸ ਤੋਂ ਬਾਅਦ ਉਹਨੂੰ ਇਹ ਹੁੰਦਾ ਕਿ ਦਾਅਵਿਆਂ ਨੂੰ ਮੈਂ ਹਕੀਕੀ ਰੂਪ ਦੇਵਾਂ। ਹਕੀਕੀ ਰੂਪ ਦੇਣ ਦੇ ਵਿੱਚ ਸ਼ਾਇਦ ਇਹ ਤਸਵੀਰਾਂ ਇਹ ਗੱਲ ਸਾਫ਼ ਤੌਰ ਤੇ ਕਹਿ ਰਹੀਆਂ ਨੇ, ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਕਿ ਹਾਲਾਤ ਸੁਖਾਵੇਂ ਨਹੀਂ ਹਨ। ਬਿਲਕੁਲ ਧਾਲੀਵਾਲ ਜੀ, ਮੈਂ ਇਸ ਗੱਲ ਤੋਂ ਇਨਕਾਰ 1% ਵੀ ਨਹੀਂ ਕਰੂੰਗਾ, ਕਿਉਂਕਿ ਇਹ ਮੁੱਦਾ ਉਹ ਹੈ ਜੋ ਸਾਡੇ ਪੰਜਾਬੀ ਜਵਾਨੀ ਨਾਲ ਜੁੜਿਆ ਹੋਇਆ। ਸਰਕਾਰ ਬਹੁਤ ਅੱਛੇ ਐਫਰਟਸ ਕਰ ਰਹੀ ਹੈ, ਪਰ ਜਿਹੜੀ ਤੁਸੀਂ ਗੱਲ ਕਹੀ ਹੈ ਕੰਧ ਤੇ ਲਿਖਿਆ ਹੋਇਆ ਹਲੇ ਹਾਲਾਤ ਸੁਖਾਵੇਂ ਨਹੀਂ ਹਨ, ਬਿਲਕੁਲ ਸੱਚੀ ਗੱਲ ਹੈ ਤੁਹਾਡੀ। ਮੈਂ ਇਸੇ ਤੇ ਇੱਕ ਚੀਜ਼ ਤੁਹਾਨੂੰ ਦੱਸਣਾ ਚਾਹ ਰਿਹਾ। ਤਾਂ ਪਤਾ ਗੱਲ ਕੀ ਹੈ, ਇੱਕ ਮੈਂ ਸੌਰੀ ਮਾਜ਼ਰਤ ਚਾਹੁੰਦਾ, ਮੈਂ ਤੁਹਾਨੂੰ ਨਹੀਂ ਮੈਂ ਪਤਾ ਕਿਉਂ ਕਿਹਾ, ਮੈਂ ਦੱਸਦਾ ਗੱਲ ਕੀ ਹੈ। ਮੈਂ ਕਿਉਂਕਿ ਨਾ ਹੁਣ ਤੱਕ ਅਸੀਂ ਇਹ ਦੇਖਦੇ ਸਾਨੂੰ ਨੌਜਵਾਨਾਂ ਦੀਆਂ ਲੋਥਾਂ ਮਿਲਦੀਆਂ ਸੀਗੀਆਂ। ਹੁਣ ਜਿਹੜੀ ਕੁੜੀਆਂ ਨੇ, ਜਿਹੜੇ ਛੋਟੀ ਉਮਰ ਦੇ ਮੁੰਡੇ ਨੇ, ਉਹ ਤਸਵੀਰ ਮਤਲਬ ਇਟਸ ਵਰਸਟ ਪਿਕਚਰ ਆਫ ਦੀ ਪੰਜਾਬ। ਇਹ ਧਾਲੀਵਾਲ ਜੀ ਪਿਛਲੇ 15 ਸਾਲ ਤੋਂ ਬਿਲਕੁਲ ਇਹ ਵੀ ਗੱਲ ਜਿਹੜੀ ਮਾਨ ਸਾਹਿਬ ਨੇ ਕਰੀ ਸੀ, ਤੁਹਾਡੇ ਯਾਦ ਹੋਏਗਾ ਜਦੋਂ ਇੱਕ ਰਿਟਾਇਰਡ ਜਾਂ ਕੱਢਿਆ ਹੋਇਆ ਪੁਲਿਸ ਆਫੀਸਰ ਪਕੜਿਆ ਗਿਆ ਸੀ, ਬੜਾ ਮਸ਼ਹੂਰ ਨਾਮ ਹੋਇਆ, ਭੁੱਲਾ ਨਾਮ ਹੋਇਆ, ਤੇ ਉਦੋਂ ਜਦੋਂ ਇਨਕੁਆਇਰੀਆਂ ਹੋਈਆਂ, ਇਨਵੈਸਟੀਗੇਸ਼ਨ ਹੋਈਆਂ, ਤਾਂ ਬੱਦੀ ਫੈਕਟਰੀਆਂ ਵਿੱਚੋਂ ਵੀ ਨਸ਼ਾ ਪਕੜਿਆ ਗਿਆ ਸੀ ਜਿਹੜਾ ਬਣਦਾ ਸੀ ਉੱਥੇ ਕੈਮੀਕਲ। ਔਰ ਮੈਂ ਇੱਕ ਛੋਟੇ ਜਿਹੇ ਕਸਬੇ 'ਚ ਰਹਿਣਾ, ਮੈਂ ਖੁਦ ਇਸ ਚੀਜ਼ ਨੂੰ ਮੈਂ ਤੁਹਾਨੂੰ ਤਾਇਦ ਕਰਦਾ ਕਿ ਪਿਛਲੇ 10-15 ਸਾਲਾਂ ਤੋਂ ਨੌਜਵਾਨੀ ਨੂੰ ਨਸ਼ੇ ਵੱਲ ਧਕੇਲਿਆ ਗਿਆ। ਔਰ ਇਹਦੇ ਪਿੱਛੇ ਧਾਲੀਵਾਲ ਸਾਹਿਬ ਇੱਕ ਗੱਲ ਕਹਿ ਰਿਹਾ, ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਹਿ ਰਿਹਾ, ਸਿੰਡੀਕੇਟਸ ਬਣੀਆਂ ਹੋਈਆਂ, ਉਹਨਾਂ ਨੇ ਆਪਣੇ ਬੰਦੇ ਹਰ ਪਾਰਟੀ 'ਚ ਫਿੱਟ ਕੀਤੇ ਹੋਏ ਆ, ਹਰ ਜਗ੍ਹਾ ਫਿੱਟ ਕੀਤੇ ਹੋਏ ਆ, ਔਰ ਇਹਦੇ ਉੱਤੇ ਹੀ ਐਕਸ਼ਨ ਹੋ ਰਿਹਾ। ਅੱਜ ਨਹੀਂ ਤਾਂ ਕੱਲ ਚਿਹਰੇ ਨੰਗੇ ਹੋਣੇ ਆ। ਔਰ ਮੈਂ ਇੱਕ ਚੀਜ਼ ਹੋਰ ਦੱਸਦਾ, ਮਾਨ ਸਾਹਿਬ ਦੀ ਮਨਸ਼ਾ, ਮੰਤਵ ਬਿਲਕੁਲ ਕਲੀਅਰ ਹੈ, ਸਾਡੀ ਸਰਕਾਰ ਦਾ ਮੰਤਵ ਕਲੀਅਰ ਹੈ। ਰੂਪੀ ਗਿੱਲ ਜੀ ਨੇ ਵੀ ਇੱਕ ਗੱਲ ਕਹੀ ਸੀ ਕਿ ਸਰਕਾਰਾਂ ਨਹੀਂ ਚਾਹੁੰਦੀਆਂ, ਮੈਂ ਬਿਲਕੁਲ ਇਸ ਨਾਲ ਸਹਿਮਤ ਹੁੰਦੇ। ਇੱਕ ਗੱਲ ਜ਼ਰੂਰ ਕਹੂੰਗਾ ਕਿ ਜਿਹੜੀ ਇਹ ਈਜ਼ੀ ਮਨੀ, ਬੇਰੁਜ਼ਗਾਰੀ, ਬੱਚਿਆਂ ਨੂੰ ਸਪੋਰਟਸ ਵੱਲ ਨਾ ਤੋਰ ਕੇ ਬੱਚਿਆਂ ਦੇ ਵਿੱਚ ਇੱਕ ਡਿਪਰੈਸ਼ਨ ਪੈਦਾ ਹੋਇਆ। ਤੁਸੀਂ ਇੱਕ ਚੀਜ਼ ਗੱਲ ਕੀਤੀ ਸੀ, ਭੂ ਮਾਫੀਆ ਆਇਆ, ਉਸ ਤੋਂ ਬਾਅਦ ਨਸ਼ੇ ਆਏ, ਉਸ ਤੋਂ ਨਾਲ ਹੀ ਗੈਂਗਸਟਰ ਆਏ। ਔਰ ਤੁਸੀਂ ਇਹਨਾਂ ਨੂੰ ਜਦੋਂ ਇੰਟਰਲਿੰਕ ਕਰੋਗੇ ਤਾਂ ਧਾਲੀਵਾਲ ਸਾਹਿਬ ਕਾਫੀ ਕੁਝ ਕਲੀਅਰ ਹੋਏਗਾ ਹਰ ਪਾਰਟੀ ਨੂੰ। ਆਪਾਂ ਕਹਿ ਸਕਦੇ ਹਾਂ ਵੀ ਚੋਰਾਂ ਨੂੰ ਮੋਰ ਪੈ ਗਏ, ਚੋਰਾਂ ਨੂੰ ਮੋਰ ਪੈ ਗਏ, ਇਹਦਾ ਮਤਲਬ ਇਹ ਹੋ ਗਿਆ। ਨਸ਼ੇ ਨੂੰ ਮੈਂ ਤੁਹਾਨੂੰ ਜਿਹੜੀ ਗੱਲ ਦੱਸ ਰਿਹਾ, ਹਰ ਪਾਰਟੀ ਨੂੰ ਸਵੈ ਪੜਚੋਲ ਹਰ ਬੰਦੇ ਨੂੰ, ਮੈਂ ਖੁਦ ਕਹਿ ਰਿਹਾ। ਹੁਣ ਮੈਂ ਇੱਕ ਚੀਜ਼ ਦੱਸਦਾ, ਇਹਦੇ ਲਈ ਲੋਕਾਂ ਨੂੰ ਵੀ ਜਾਗਰੂਕ ਹੋਣਾ ਪੈਣਾ। ਕਈ ਪਿੰਡਾਂ ਦੇ ਵਿੱਚ ਕਮੇਟੀਆਂ ਬਣ ਗਈਆਂ, ਔਰ ਸਾਡੀ ਸਰਕਾਰ ਨੇ ਵੀ ਹੁਣ ਫੈਸਲਾ ਲਿਆ ਕਿ ਪਰ ਨਹੀਂ ਪਾਸੀ ਸਾਹਿਬ, ਜਦੋਂ ਲੋਕ ਜਾਗਰੂਕ ਹੁੰਦੇ ਆ, ਲੋਕ ਰੋਕਦੇ ਆ, ਫਿਰ ਇਲਜ਼ਾਮ ਲੱਗਦੇ ਆ ਕਿ ਸਰਕਾਰ ਵੇਚਣ ਵਾਲਿਆਂ ਨੂੰ ਤਾਂ ਕਰਦੀ ਨਹੀਂ, ਜਿਹੜੇ ਵੇਚਣ ਵਾਲਿਆਂ ਨੂੰ ਫੜਦੇ ਆ ਉਹਨਾਂ ਨੂੰ ਚੱਕ ਕੇ ਅੰਦਰ ਦੇ ਦਿੰਦੀ ਆ। ਧਾਲੀਵਾਲ ਸਾਹਿਬ ਉੱਥੇ ਨਾ ਹਾਇਰ ਲੀਡਰਸ਼ਿਪ ਦਾ ਰੋਲ ਨਹੀਂ ਹੁੰਦਾ। ਮੈਂ ਤੁਹਾਨੂੰ ਦੱਸਾਂ, ਛੁਟਬਈਆ ਲੀਡਰ ਹੁੰਦੇ ਆ ਨਾ, ਉਹ ਜਾਂਦੇ ਆ ਛਡਾਣ। ਮੈਂ ਨਾ ਇਸ ਚੀਜ਼ ਨੂੰ ਕਿਉਂਕਿ ਮੈਂ ਪ੍ਰੈਕਟੀਕਲੀ ਇਹ ਚੀਜ਼ਾਂ ਦੇਖੀਆਂ। ਉੱਥੇ ਕਿਆ ਹੁੰਦਾ ਹੈ ਕਿ ਛੋਟੇ ਪੈਡਲਰ ਹੈ ਜਿਹੜੇ, ਜਦੋਂ ਉਹਨਾਂ ਨੂੰ ਪਕੜਿਆ ਜਾਂਦਾ ਤਾਂ ਕੋਈ ਨਾ ਕੋਈ ਛੋਟੇ ਲੈਵਲ ਦਾ ਲੀਡਰ, ਔਰ ਜਿਹੜੀ ਈਜ਼ੀ ਮਨੀ ਹੈ, ਔਰ ਪੋਲਿਟਿਕਸ ਦੇ ਵਿੱਚ ਜਿਹੜਾ ਮਨੀ ਦਾ ਰੋਲ ਹੈ, ਇਹ ਵੀ ਇੰਟਰਕਨੈਕਟਡ ਹੈ ਧਾਲੀਵਾਲ ਸਾਹਿਬ। ਇਹਨੂੰ ਤੁਸੀਂ ਅਲੱਗ ਕਰਕੇ ਨਹੀਂ ਦੇਖ ਸਕਦੇ। ਤੀਸਰੀ ਚੀਜ਼, ਜਿਹੜਾ ਗੈਂਗਸਟਰਵਾਦ ਹੋਇਆ ਉਹ ਵੀ ਨਸ਼ਿਆਂ ਦੇ ਨਾਲ ਇੰਟਰਲਿੰਕਡ ਆਏਗਾ, ਤੁਸੀਂ ਕਿਤੇ ਵੀ ਕੱਢ ਕੇ ਦੇਖ ਲਿਓ। ਇਹਦੇ ਲਈ ਹਰ
ਐਫਰਟ ਕਰਨ ਦੀ ਜ਼ਰੂਰਤ ਹੈ। ਜਿੱਦਾਂ ਹੁਣ ਅਸੀਂ ਡੀ ਐਡਿਕਸ਼ਨ ਸੈਂਟਰਸ ਦਾ 2,62,000 ਦੇ ਕਰੀਬ ਸਰਕਾਰੀ ਨਸ਼ਾ ਕੇਂਦਰਾਂ ਦੇ ਵਿੱਚ, 6,12,000 ਦੇ ਕਰੀਬ ਪ੍ਰਾਈਵੇਟ ਨਸ਼ਾ ਕੇਂਦਰਾਂ ਦੇ ਵਿੱਚ ਹੈ। ਇਸੇ ਤਰ੍ਹਾਂ ਹੁਣ ਹੁੰਦਾ ਕੀ ਹੈ, ਸਾਡੇ ਲੋਕਾਂ ਨੂੰ ਵੀ ਜਿੱਦਾਂ ਨਾ ਇੱਕ ਕਿਹਾ ਜਾਂਦਾ ਹੈ ਕਿ ਇਫ ਇਨਜਸਟਿਸ ਇਜ਼ ਬੀਇੰਗ ਡਨ ਟੂ ਯੂਅਰ ਨੇਬਰ ਐਂਡ ਯੂ ਆਰ ਸਾਇਲੈਂਟ then you will be the next victim। ਇਸੇ ਤਰ੍ਹਾਂ ਸਾਨੂੰ ਲੋਕਾਂ ਨੂੰ ਵੀ ਉੱਠ ਪੈਣਾ, ਲੋਕਾਂ ਨੂੰ ਮੈਂ ਕਹਿ ਰਿਹਾ, ਰਿਕੁਐਸਟ ਕਰ ਰਿਹਾ, ਔਰ ਪੁਲਿਸ ਨੂੰ ਵੀ ਮੈਂ ਇੱਕ ਚੀਜ਼ ਦੱਸਦਾ, ਇਸੇ ਲਈ ਸਾਡੀ ਸਰਕਾਰ ਨੇ ਕਿਹਾ ਕਿ ਐਸਐਸਪੀ ਔਰ ਐਸਐਚਓ ਜ਼ਿੰਮੇਵਾਰ ਹੋਣਗੇ। ਕਿਉਂਕਿ ਅਗਰ ਅੱਜ ਸਾਡੇ ਪੜੋਸ 'ਚ ਕੋਈ ਨਸ਼ਾ ਕਰ ਰਿਹਾ, ਅਸੀਂ ਚੁੱਪ ਹਾਂ, ਉਹਨਾਂ ਦੇ ਪਰਿਵਾਰ ਵਾਲੇ ਉਹਨੂੰ ਲੁਕੋ ਰਹੇ ਹੈ, ਈਜ਼ੀ ਮਨੀ ਲੈ ਰਹੇ ਹੈ, ਤਾਂ ਕੱਲ ਨੂੰ ਉਹਨਾਂ ਦੇ ਪਰਿਵਾਰ 'ਚ ਵੀ ਇਹ ਪ੍ਰੋਬਲਮ ਆਣੀ ਹੈ। ਇਹ ਨਸ਼ਿਆਂ ਦਾ ਜਿਹੜਾ ਸਿਸਟਮ ਹੈ ਨਾ ਜੀ, ਕੈਨੇਡਾ, ਅਮਰੀਕਾ, ਯੂਰਪ, ਇੰਡੀਆ ਦੇ ਹਰ ਪਾਰਟ ਦੇ ਵਿੱਚ, ਅਗਰ ਆਪਾਂ ਕਹਿ ਰਹੇ ਰਾਜਸਥਾਨ 'ਚ ਚਿੱਟਾ ਨਹੀਂ ਤਾਂ ਰਾਜਸਥਾਨ 'ਚ ਪਾਸੀ ਸਾਹਿਬ ਗੱਲ ਇਹ ਆ ਵੀ ਅਸੀਂ ਕਿਸੇ ਵੀ ਬਿਮਾਰੀ, ਕਿਸੇ ਵਿਪਤਾ ਨੂੰ ਕਿਸੇ ਮਾਪਦੰਡ ਦੇ ਉੱਤੇ ਮਾਪ ਤੋਲ ਕੇ ਤਾਂ ਨਹੀਂ ਉਸ ਨੂੰ ਵੇਖ ਸਕਦੇ ਨਾ, ਕਿ ਵੀ ਉੱਥੇ ਤੱਕ ਵੀ ਫਲਾਨੀ ਬਿਮਾਰੀ ਨਾਲ 10 ਬੰਦੇ ਮਰ ਗਏ, ਸਾਡੇ ਤਾਂ 2 ਹੀ ਮਰੇ ਆ ਜੀ, ਸਾਡੇ ਤਾਂ ਘੱਟ ਹੈ ਜੀ। ਨਹੀਂ ਉਹ ਬਿਮਾਰੀ ਚਿੰਬੜ ਤਾਂ ਗਈ ਨਾ ਸਾਨੂੰ। ਨਹੀਂ ਕਰ ਰਿਹਾ, ਨਹੀਂ ਮੈਂ ਕੰਪੇਅਰ ਨਹੀਂ ਕਰ ਰਿਹਾ, ਮੈਂ ਇਹ ਦੱਸਿਆ ਕਿ ਇਹ ਸਮੱਸਿਆ ਵਰਲਡ ਵਾਈਡ ਪੈਦਾ ਹੋ ਚੁੱਕੀ ਹੈ। ਗੱਲ ਕਰ ਰਹੇ ਹਾਂ ਵੀ ਮੈਂ ਪਾਸੀ ਸਾਹਿਬ ਗੱਲ ਇਹ ਹੈ, ਪਾਸੀ ਸਾਹਿਬ ਗੱਲ ਇਹ ਹੈ, ਪੰਜਾਬੀਆਂ ਵਾਸਤੇ ਕਿਹਾ ਜਾਂਦਾ ਹੈ ਵੀ ਜਿਹੜੇ ਸਤੀਰਾਂ ਤੋਂ ਨਹੀਂ ਢਹੇ ਉਹ ਸਰਿੰਜਾਂ ਨੇ ਢਾ ਲਏ। ਬਿਲਕੁਲ ਇਹੀ ਕਿਹਾ ਜਾ ਰਿਹਾ ਜੀ, ਬਿਲਕੁਲ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਪੰਜਾਬ ਦੀ ਬਹੁਤ ਵੱਡੀ ਗਿਣਤੀ ਦੇ ਵਿੱਚ ਪਿਛਲੇ 15 ਸਾਲਾਂ ਤੋਂ ਜਿਹੜਾ ਇਹ ਸਿਸਟਮ ਚੱਲਿਆ ਆ ਰਿਹਾ, ਇਹਨੇ ਸਰਿੰਜਾਂ ਨਾਲ ਢਵਾਤੇ ਸਾਡੇ ਬੱਚੇ। ਜਿਹੜੇ ਪੰਜਾਬੀ ਕਦੇ ਅਫਗਾਨਿਸਤਾਨ ਤੱਕ ਜਾ ਕੇ ਲੜ ਕੇ ਆਪਣੀਆਂ ਇੱਜ਼ਤਾਂ ਲੈ ਆਉਂਦੇ ਹੁੰਦੇ ਸੀ, ਅੱਜ ਸਾਡੇ ਨੌਜਵਾਨੀ ਦੇ ਵਿੱਚ ਫਰਸਟ੍ਰੇਸ਼ਨ ਹੈ। ਇਹਦੇ ਕਈ ਕਾਰਨ ਹੈ ਧਾਲੀਵਾਲ ਸਾਹਿਬ, ਮੈਂ ਉਹੀ ਕਹਿ ਰਿਹਾ, ਹਰ ਪਾਸੇ ਤੋਂ ਸਾਨੂੰ ਇਹ ਲੜਾਈ ਹਰ ਪਾਸੇ ਤੋਂ ਲੜਨੀ ਪੈਣੀ ਹੈ, ਔਰ ਸਰਕਾਰ ਇਹਦੇ ਲਈ ਸੁਹਿਰਦ ਹੈ, ਇਸ 'ਚ ਕੋਈ ਸ਼ੱਕ ਨਹੀਂ ਹੈ। ਤੁਹਾਡੀ ਜਿਹੜੀ ਓਪੋਜੀਸ਼ਨ ਧਿਰ ਹੈ ਉਹ ਉਹਨਾਂ ਦੀ ਪੁੱਛ ਲੈਣਾ, ਕੋਈ ਐਡਵਾਈਸ ਹੈਗੀ ਹੈ ਤੁਹਾਡੀ ਕਿ ਤੁਸੀਂ ਗਵਰਨਮੈਂਟ ਨੂੰ ਕੋਈ ਸਲਾਹ ਮਸ਼ਵਰਾ ਦੇਣਾ ਚਾਹੋ ਵੀ ਇਸ ਪਲੇਟਫਾਰਮ ਤੇ ਆਪਾਂ ਸਾਂਝੀ ਲੜਾਈ ਲੜੀਏ? ਮੈਂ ਕਿਹਾ ਜੀ ਸਾਰੀਆਂ ਸਰਕਾਰਾਂ ਦਾ, ਚਲੋ ਪਿਛਲੇ ਜਦੋਂ ਦੀ ਮੁੱਦਾ ਚੱਲ ਰਿਹਾ ਸੀ ਕਿ ਬਿਕਰਮ ਸਿੰਘ ਮਜੀਠੀਆ ਹੋਣਾ ਦਾ ਸਭ ਤੋਂ ਵੱਡਾ ਰੋਲ ਹੈ ਨਸ਼ੇ 'ਚ, ਭੁੱਲੇ ਉਹਦੇ ਵਿੱਚ ਸਾਰੇ ਬਿਆਨ ਆਏ, ਮੀਡੀਆ ਦੇ ਵਿੱਚ ਓਪਨਲੀ ਗੱਲਾਂ ਆਈਆਂ, ਈਡੀ ਦੀਆਂ ਇਨਕੁਆਇਰੀਆਂ ਹੋਈਆਂ, ਕਿ ਮੈਂ ਤਾਂ ਕਹਿੰਦਾ ਚਰਨਜੀਤ ਸਿੰਘ ਚੰਨੀ ਹੋਣਾ ਦਾ ਤੇ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਜੀ ਸੀ ਧੰਨਵਾਦ ਕਰਨਾ ਚਾਹੁੰਦਾ, ਮੈਨੂੰ ਦਮ ਤਾਂ ਰੱਖਿਆ, ਪਰਚਾ ਦਰਜ ਕੀਤਾ, ਤੇ ਤੁਹਾਡੀ ਸਰਕਾਰ ਨੇ ਕੀ ਫੋਲੋ ਅਪ ਕੀਤਾ? ਤੁਹਾਡੀ ਅਰਵਿੰਦ ਕੇਜਰੀਵਾਲ ਜੀ ਨੇ ਮਾਫੀ ਮੰਗੀ ਮਾਨਹਾਨੀ ਦੇ ਛੋਟੇ ਜਿਹੇ ਕੇਸ ਤੋਂ ਡਰਦਿਆਂ ਬਿਕਰਮ ਸਿੰਘ ਮਜੀਠੀਆ ਹੋਣੋਂ ਤੋਂ, ਕਿ ਇਹ ਲੀਡਰਸ਼ਿਪ ਕੁਆਲਿਟੀ ਹੈ? ਇਹ ਹੈ ਕਿ ਇੱਕ ਮਾਨਹਾਨੀਆਂ ਦੇ ਕੇਸਾਂ ਤੋਂ ਡਰ ਕੇ ਲੀਡਰ, ਮੈਂ ਰਾਹੁਲ ਗਾਂਧੀ ਜੀ ਦੀ ਮੈਂਬਰਸ਼ਿਪ ਰੱਦ ਕਰਤੀ, ਉਹਨੇ ਪਰਵਾਹ ਨਹੀਂ ਕੀਤੀ, ਉਹ ਨਰਿੰਦਰ ਮੋਦੀ ਜੀ ਦੇ ਖਿਲਾਫ ਸਿੱਧੀ ਲੜਾਈ ਲੜ ਰਿਹਾ। ਅੱਛਾ, ਮੈਂ ਇੱਕ ਬੇਨਤੀ ਕਰਦਾ, ਦੇਖੋ ਅੱਜ ਸ਼ਹੀਦ ਊਧਮ ਸਿੰਘ ਜੀ ਦੀ ਡੈਥ ਐਨੀਵਰਸਰੀ ਹੈ, ਉਹ ਸ਼ਹੀਦੀ ਜਿਹਨੇ 22 ਸਾਲਾਂ ਬਾਅਦ, ਉਹ ਵੀ ਪੰਜਾਬ ਦੀ ਜਵਾਨੀ ਸੀ, ਜਿਹਨੇ ਪੰਜਾਬੀਆਂ ਦਾ ਉੱਥੇ ਜਾ ਕੇ ਬਦਲਾ ਲਿਆ। ਕਰਤਾਰ ਸਿੰਘ ਸਰਾਭਾ ਜੀ ਵਰਗੇ, ਸ਼ਹੀਦ ਭਗਤ ਸਿੰਘ ਜੀ ਵਰਗੇ, ਮਿਲਖਾ ਸਿੰਘ ਵਰਗੇ, ਫਲਾਇੰਗ ਸਿੱਖ, ਕਿੰਨੀਆਂ ਐਗਜ਼ਾਮਪਲਾਂ ਅਸੀਂ ਹਜ਼ਾਰਾਂ ਤੌਰ ਤੇ ਦਿੱਤੀਆਂ ਜਾ ਸਕਦੀਆਂ ਨੇ। ਜੀ ਤੁਸੀਂ ਪਿਛਲੀ ਸ਼ੇਅਰ ਕੀਤਾ ਸੀ ਕਿ ਇਹ ਸ਼ੜਯੰਤਰ ਹੈ, ਵਾਕਈ ਹੀ ਸ਼ੜਯੰਤਰ ਹੈ, ਕਿਉਂਕਿ ਅਸੀਂ ਬੜੇ ਇਮੋਸ਼ਨਲ ਲੋਕ ਹਾਂ, ਅਸੀਂ ਬੜੇ ਦਲੇਰ ਲੋਕ ਹਾਂ। ਅਸੀਂ ਜੇ ਬਾਹਰਲੀਆਂ ਧਰਤੀਆਂ ਤੇ ਜਾ ਕੇ ਉੱਥੇ ਕੰਮ ਕਰਕੇ ਮਿਹਨਤਾਂ ਕਰਕੇ ਅਸੀਂ ਉਹ ਸਾਰਾ ਕੁਝ ਕਰ ਸਕਦੇ ਹਾਂ, ਅਸੀਂ ਇੱਥੇ ਵੀ ਕਰ ਸਕਦੇ ਸੀ, ਪਰ ਸਾਨੂੰ ਕਮਜ਼ੋਰ ਕਰਤਾ। ਜਾਂ ਤਾਂ ਸਾਨੂੰ ਧਰਮ ਦੇ ਨਾਂ 'ਤੇ ਲੜਾਤਾ, ਸਾਨੂੰ ਕਹਿਤਾ ਵੀ ਮੁੰਡਿਓ ਅੱਗੇ ਲੱਗੋ, ਅਸੀਂ ਤੁਹਾਡੇ ਨਾਲ ਹਾਂ। ਕਿ ਉਹ ਸਾਰਾ ਪਿੱਛੇ ਵੀ ਉਹ ਕਾਲੇ ਦੌਰ 'ਚ ਸਾਰਾ ਕੁਝ ਹੋਇਆ। ਕਿ ਅੱਜ ਨਸ਼ੇ ਦੇ ਮੁੱਦੇ 'ਤੇ ਗੱਲ ਕਰ ਲਈਏ ਕਿ ਮੈਂ ਮੰਨਦਾ ਸਰਕਾਰਾਂ ਦਾ ਉਹ ਵੀ ਦੋਸ਼ ਨਹੀਂ, ਪਰ ਕੁਛ ਨਾ ਕੁਛ ਲੋਕ ਵੀ ਵਿੱਚ ਸਰਕਾਰਾਂ 'ਚ ਇੱਦਾਂ ਦੇ ਇਨਵੋਲਵ ਹੁੰਦੇ ਆ ਜਾਂ ਅਫਸਰ ਹੁੰਦੇ ਆ। ਹਰ ਗਾਜ ਮੰਤਰੀ ਤੇ ਜਾਂ ਮੁੱਖ ਮੰਤਰੀ ਤੇ ਆ ਕੇ ਡਿੱਗ ਜਾਂਦੀ ਹੈ ਕਿ ਜ਼ਿਲ੍ਹੇ ਦਾ ਐਸਐਸਪੀ ਜ਼ਿੰਮੇਵਾਰ ਨਹੀਂ ਜਦੋਂ ਉਹਦੇ ਜ਼ਿਲ੍ਹੇ ਦੇ ਵਿੱਚ ਕਿਸੇ ਨੌਜਵਾਨ ਦੀ ਮੌਤ ਹੁੰਦੀ ਆ, ਥਾਣੇ ਦਾ ਐਸਐਚਓ ਜ਼ਿੰਮੇਵਾਰ ਨਹੀਂ। ਮੈਂ ਕਹਿੰਦਾ ਵੀ ਤੁਸੀਂ ਜਦੋਂ ਥਾਣੇਦਾਰ ਨੂੰ ਐਸਐਸਪੀ ਨੂੰ ਫੋਨ ਹੀ ਚਲਾ ਗਿਆ, ਜਦੋਂ ਉਹਨੂੰ ਫੋਨ ਹੀ ਚਲਾ ਗਿਆ ਖਾਦੀ ਵਾਲਿਆਂ ਦਾ, ਖਾਕੀ ਵਾਲੇ ਨੂੰ, ਖਾਕੀ ਵਾਲੇ ਦੀ ਕੀ ਜ਼ਰੂਰਤ ਹੈ ਜੀ ਉਹ ਕਿਸੇ ਦਾ ਵਾਲ ਵਿੰਗਾ ਕਰ ਦੇਗਾ? ਮੈਨੂੰ ਜੋ ਜੀ ਜਵਾਬ ਦੇਣਾ, ਟ੍ਰਾਂਸਫਰ ਹੀ ਕਰ ਦੂ, ਕੋਈ ਨੌਕਰੀ 'ਚ ਤਾਂ ਨਹੀਂ ਕੱਢ ਸਕਦਾ। ਬੜੇ ਅਫਸਰਾਂ 'ਚ ਜ਼ਰੂਰਤ ਹੈ, ਅੜ ਜਾਂਦੇ ਆ ਜਿਹੜੇ ਮੰਤਰੀ ਨੂੰ ਠੋਕ ਕੇ ਜਵਾਬ ਦੇ ਦਿੰਦੇ, ਕੀ ਕਰ ਲੂ? ਉਹਦੀ ਐਜੂਕੇਸ਼ਨ ਕਰਕੇ ਆਈਪੀਐਸ ਆਫੀਸਰ ਤੇ ਕੋਈ ਪ੍ਰੈਸ਼ਰ ਪਾ ਸਕਦਾ? ਮੈਂ ਤਾਂ ਨਹੀਂ ਮੰਨਦਾ ਪਾ ਸਕਦਾ। ਸੀਐਮ ਤੋਂ ਬਿਨਾਂ ਉਹਨੂੰ ਕੋਈ ਕਰਨੀ, ਠੀਕ ਹੈ, ਇੱਕ ਐਡਾ ਵੀ ਅਫਸਰ ਵੀ ਕੋਈ ਮਾੜਾ ਨਹੀਂ ਹੁੰਦਾ। ਨਹੀਂ, ਤੁਸੀਂ ਕਹਿ ਰਹੇ ਹੋ ਨਾ ਵੀ ਮੰਤਰੀ ਤੇ ਮੁੱਖ ਮੰਤਰੀ ਨੂੰ ਬਦਨਾਮ ਕਰ ਦਿੰਦੇ ਆ, ਵੀ ਥੱਲੇ ਪ੍ਰਸ਼ਾਸਨ ਵੀ ਜ਼ਿੰਮੇਵਾਰ ਹੋਣਾ ਚਾਹੀਦਾ ਵੀ ਕੀ ਮਤਲਬ? ਮੈਂ ਉਹੀ ਤਾਂ ਗੱਲ ਕਹਿ ਰਿਹਾ ਵੀ ਪ੍ਰਸ਼ਾਸਨ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਜ਼ਿੰਮੇਵਾਰ ਹੋਣਾ ਚਾਹੀਦਾ, ਪਰ ਜੇ ਉਹਨੂੰ ਫ੍ਰੀ ਹੈਂਡ ਦਿੱਤੇ ਜਾਵੇ ਗਲਤ ਤਾਂ ਬਣਦੀ ਹੈ ਨਾ। ਨਸ਼ੇ ਦੇ ਮੁੱਦੇ ਤੇ ਜੀ ਹਰਪ੍ਰੀਤ ਸਿੱਧੂ ਜੀ ਨੂੰ ਵੀ ਕੈਪਟਨ ਸਾਹਿਬ ਡੈਪੂਟੇਸ਼ਨ ਤੇ ਲੈ ਕੇ ਆਏ, ਬੜੇ ਅੱਛੇ ਅਫਸਰ ਸੀ, ਐਸਟੀਐਫ ਬਣਾਈ,
ਚਲੋ ਇਹ ਸਰਕਾਰ ਵੀ ਕੁਝ ਯਤਨ ਕਰ ਰਹੀ ਹੋਊਗੀ, ਪਰ ਮੈਂ ਕਹਿੰਦਾ ਵੀ ਉਹ ਤਾਂ ਹਰਪ੍ਰੀਤ ਸਿੱਧੂ ਨੂੰ ਬਦਲਿਆ ਕਿਉਂ ਗਿਆ? ਮੇਰੀ ਗੱਲ ਸੁਣ। ਹਰਪ੍ਰੀਤ ਸਿੱਧੂ ਨੇ ਜਦੋਂ ਹੀ ਸਟੈਪ ਚੱਕਿਆ, ਹਰਪ੍ਰੀਤ ਸਿੱਧੂ ਨੇ ਜਦੋਂ ਹੀ ਇੱਕ ਥਾਣੇਦਾਰ ਤੋਂ ਚੇਨ ਬਣਾ ਕੇ ਘੜੀਸਿਆ, ਜਦੋਂ ਸਾਰਾ ਮਾਮਲਾ ਸਾਹਮਣੇ ਲਿਆਉਣ ਲੱਗੇ, ਜਦੋਂ ਐਨ ਫਾਈਲ ਮੂਵ ਹੋਣ ਲੱਗੀ, ਉਦੋਂ ਹਰਪ੍ਰੀਤ ਸਿੱਧੂ ਹੋਰਾਂ ਨੂੰ ਮਸਲਾ ਤਾਂ ਵਿਕਰਮ ਮਜੀਠੀਏ ਦਾ ਸੀ ਨਾ, ਤੇ ਤਾਂ ਕਾਂਗਰਸ ਦੀਆਂ ਲੱਤਾਂ 'ਚ ਹੀ ਜਾਨ ਸੀ ਦੀਆਂ, ਸਾਡੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਾਰੀ ਕੈਬਨਿਟ ਦੀਆਂ ਲੱਤਾਂ ਜਾਨ ਸੀ ਵੀ ਉਹ ਵਿਕਰਮ ਮਜੀਠੀਆ ਤੇ ਪਰਚਾ ਕਰਕੇ ਉਹਨਾਂ ਨੇ ਕਰਕੇ ਵਿਖਾਇਆ। ਉਹਨਾਂ ਇਹ ਬਿਆਨ ਦੇ ਕੇ ਨਹੀਂ ਵੀ ਸਵੇਰੇ ਬਿਆਨ ਦੇਤਾ, ਕੱਲ ਮਾਣਾ ਨਹੀਂ ਦੇ ਕੇਸ ਤੋਂ ਕੇਜਰੀਵਾਲ ਜੀ ਜਾ ਕੇ ਉੱਥੇ ਮਿੰਨਤ ਕਰ ਆਏ ਕੋਰਟ 'ਚ ਜਾ ਕੇ, ਉਹ ਮਸਲਾ ਨਹੀਂ ਅਸੀਂ ਕੀਤਾ। ਅਸੀਂ ਕਹਿੰਦੇ ਗੱਲ ਉਹ ਕਰੋ ਜਿਹੜੀ ਕਰਕੇ ਦਿਖਾਓਗੇ। ਤੁਸੀਂ 4 ਦਿਨਾਂ ਦੀ ਗੱਲ ਕਰਦੇ ਸੀ, ਨੀਅਤ ਮੇਂ ਖਰਾਬੀ ਨੂੰ ਕਰ ਤੋ ਕੀ ਕੀਤਾ? ਇਸ਼ੂ ਤਾਂ ਬੜੇ ਨੇ, ਬੇਅਦਬੀ ਦਾ ਇਸ਼ੂ ਵੀ ਅਜੇ ਵਿੱਚੇ ਰੁਲਦਾ ਫਿਰਦਾ। ਫਿਰ ਚਲੋ ਪਾਸੀ ਸਾਹਿਬ ਮੁੜ ਉਂਗਲ ਤੁਹਾਡੇ ਵੱਲ ਹੋ ਰਹੀ ਹੈ ਵੀ ਇਹ ਕਹਿੰਦੇ ਅਸੀਂ ਤਾਂ ਮਜੀਠੀਏ ਦੇ ਪਰਚਾ ਵੀ ਦੇਤਾ ਸੀ ਜਿਹਦਾ ਨਾਮ ਸਭ ਤੋਂ ਵੱਧ ਕਰਦਾ ਸੀ, ਵੀ ਤੁਸੀਂ ਉਹਦਾ ਕੀ ਫੋਲੋ ਅਪ ਲਿਆ, ਤੁਸੀਂ ਉਹਦੇ ਬਾਰੇ ਕੀ ਕੀਤਾ? ਇਹਨਾਂ ਨੇ ਜਿਹੜੀ ਗੱਲ ਕਹੀ ਹੈ ਮਜੀਠੀਆ ਜੀ ਦਾ ਜ਼ਿਕਰ ਤਾਂ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਆ ਗਿਆ ਸੀ, ਤੇ ਇਹ ਕਹਿ ਰਹੇ ਆ ਚੰਨੀ ਜੀ ਤਾਂ 3 ਮਹੀਨੇ ਲਈ ਇੱਕ ਡੈਪੂਟੇਸ਼ਨ ਤੇ ਇਹਨਾਂ ਨੇ ਮੁੱਖ ਮੰਤਰੀ ਲਿਆਂਦੇ ਸੀ, ਪੌਣੇ 5 ਸਾਲ ਤਾਂ ਇਹ ਚਾਚਾ ਭਤੀਜਾ ਮਿਲ ਕੇ ਚੱਲਦੇ ਰਹੇ, ਕਾਂਗਰਸ ਸਾਰਾ ਖੇਡ ਦੇਖਦੀ ਰਹੀ। ਅਗਰ ਇਸ ਗੱਲ ਤੇ ਆਨੇ ਆ, ਅਗਰ ਇਹਨਾਂ ਨੇ ਵੀ ਅਕਾਲੀ ਦਲ ਵਾਲੀਆਂ ਗਲਤੀਆਂ ਨਾ ਕੀਤੀਆਂ ਹੁੰਦੀਆਂ, ਬੱਚਿਆਂ ਨੂੰ ਰੁਜ਼ਗਾਰ ਦਿੱਤਾ ਹੁੰਦਾ, ਤਾਂ ਸ਼ਾਇਦ ਇਸ ਸਮੱਸਿਆ ਤੋਂ ਕੁਝ ਹੱਲ ਨਿਕਲਦਾ। ਇਹ ਜਿਹੜੀਆਂ ਗੱਲਾਂ ਕਰ ਰਹੇ ਆ, ਘਰ ਨੌਕਰੀ ਦੀਆਂ ਗੱਲਾਂ ਕਰਕੇ ਇਹਨਾਂ ਨੇ ਨੌਜਵਾਨ ਨੂੰ ਫਰਸਟ੍ਰੇਟ ਕੀਤਾ ਹੈ। ਜਿਹੜੀ ਪ੍ਰੋਬਲਮ ਨੌਜਵਾਨ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਫੇਸ ਕਰਦਾ ਆ ਰਿਹਾ ਸੀ, ਉਹਨਾਂ ਨੂੰ ਵਧਾਇਆ ਇਹਨਾਂ ਨੇ, ਉਹਨੂੰ ਆਈਲੈਟਸ ਔਰ ਡਿਪਰੈਸ਼ਨ ਤੋਂ ਸਿਵਾਏ ਕੁਝ ਨਹੀਂ ਦਿੱਤਾ। ਅਗਰ ਇਹ ਐਡਾ ਹੀ ਅੱਜ ਕਹਿ ਰਹੇ ਹੋ ਨਾ ਇਹਨਾਂ ਦੀ ਲੱਤਾਂ 'ਚ ਦਮ ਸੀ। ਔਰ ਚੌਥੀ ਚੀਜ਼, ਕੇਜਰੀਵਾਲ ਜੀ ਨੇ ਕਹਿੰਦੇ ਆ ਮਾਫੀ ਮੰਗੀ ਸੀ, ਮੈਂ ਇਹਨਾਂ ਨੂੰ ਦੱਸ ਦਿੰਦਾ ਕਿ ਸਾਡੀ ਸਰਕਾਰ ਨਹੀਂ ਸੀ ਉਸ ਟਾਈਮ ਪੰਜਾਬ ਦੇ ਵਿੱਚ, ਤੁਹਾਡੀ ਸਰਕਾਰ ਸੀ, ਔਰ ਤੁਹਾਡੀ ਸਰਕਾਰ ਨੇ ਕੋਈ ਵੀ ਸਬੂਤ ਸਾਹਮਣੇ ਨਹੀਂ ਸੀ ਲਿਆਉਣ ਦਿੱਤਾ ਮਜੀਠੀਆ ਸਾਹਿਬ ਦੇ। ਔਰ ਕੇਜਰੀਵਾਲ ਜੀ ਨੂੰ ਪੂਰੇ ਹਿੰਦੁਸਤਾਨ ਦੇ ਵਿੱਚ ਪ੍ਰਚਾਰ ਤੋਂ ਰੋਕਣ ਦੇ ਲਈ ਡੈਫਾਮੇਸ਼ਨ ਦੀ ਇੱਕ ਚਾਲ ਦੇ ਵਿੱਚ ਉਲਝਾਉਣ ਦੀ ਗੱਲ ਸੀ। ਔਰ ਉਸ ਤੋਂ ਬਾਅਦ ਮੈਂ ਤੁਹਾਨੂੰ ਜਿਹੜੀ ਗੱਲ ਦੱਸਦਾ ਕਿ ਤੁਹਾਡੀ ਸਰਕਾਰ ਚੁੱਪ ਬੈਠੀ ਰਹੀ, ਸਰਕਾਰ ਉਸ ਟਾਈਮ ਕਾਂਗਰਸ ਦੀ ਸੀ। ਅਗਰ ਕੇਜਰੀਵਾਲ ਜੀ ਨੇ ਇਹ ਗੱਲ ਕੀਤੀ ਸੀ ਔਰ ਤੁਹਾਨੂੰ ਪਤਾ ਸੀ, ਜਿਹੜੀ ਚੰਨੀ ਸਾਹਿਬ ਦੀ ਅੱਜ ਤੁਸੀਂ ਗੱਲ ਕਰ ਰਹੇ ਹੋ ਕਿ ਉਹਨਾਂ ਨੇ ਲੱਤਾਂ 'ਚ ਦਮ ਸੀ, ਅਗਰ ਤੁਹਾਨੂੰ ਪਤਾ ਸੀ ਜੇ ਮਜੀਠੀਆ ਸਾਹਿਬ ਦੇ ਖਿਲਾਫ ਸਬੂਤ ਹੈ, ਤਾਂ ਫਿਰ ਉਸ ਟਾਈਮ ਤੁਸੀਂ ਚੁੱਪ ਕਰਕੇ ਕਿਉਂ ਬੈਠੇ ਰਹੇ? ਕਿਉਂ ਚਾਚੇ ਭਤੀਜੇ ਦੀ ਆਪਸੀ ਮਿਲੀ ਭੁਗਤ ਚੱਲਦੀ ਰਹੀ? ਅਗਰ ਤੁਹਾਨੂੰ ਪਤਾ ਸੀ ਕੇਜਰੀਵਾਲ ਜੀ ਸੱਚ ਗੱਲ ਕਰ ਰਹੇ ਹੈ, ਤਾਂ ਉਸ ਟਾਈਮ ਤੁਹਾਡੀ ਸਰਕਾਰ ਨੂੰ ਉਹ ਸਾਰੇ ਸਬੂਤ ਸਾਹਮਣੇ ਲਿਆਣੇ ਚਾਹੀਦੇ ਸੀ ਜੋ ਤੁਸੀਂ ਲਾਸਟ 'ਚ ਆ ਕੇ ਇਲੈਕਸ਼ਨ ਸਟੰਟ ਬਣਾਉਣ ਦੀ ਕੋਸ਼ਿਸ਼ ਕੀਤੀ। ਅੱਜ ਸਾਡੀ ਸਰਕਾਰ ਸੁਹਿਰਦਤਾ ਦੇ ਨਾਲ ਲੜ ਰਹੀ ਹੈ। ਅੱਜ ਵੀ ਜਿਹੜੀ ਮੈਂ ਕਹਿਣ 'ਚ ਮੈਨੂੰ ਕੋਈ ਗੁਰੇਜ਼ ਨਹੀਂ ਹੈ, ਇਹ ਇਹਨਾਂ ਦੇ ਕੰਡੇ ਬੀਤੇ ਹੋਏ ਹੈ। ਉਹ ਜਵਾਬ ਦੇਣਾ ਚਾਹ ਰਹੇ, ਜਵਾਬ ਲੈ ਲਓ, ਉਹਨਾਂ ਦਾ ਜਵਾਬ ਦੇਣਾ ਚਾਹ ਰਹੇ ਆ। ਪਾਸੀ ਸਾਹਿਬ ਕੀ ਸਬੂਤ ਤੋਂ ਬਿਨਾਂ ਹੀ 1 ਸਾਲ ਮਜੀਠੀਆ ਸਾਹਿਬ ਅੰਦਰ ਲਾਏ? ਸਰਕਾਰ ਕੇਸ ਤਾਂ ਤੁਸੀਂ ਲੜਨਾ ਸੀ ਨਾ, ਤੁਹਾਡੇ ਏਜੀ ਹੋਣਾ ਤੇ ਤਾਂ ਇਲਜ਼ਾਮ ਲੱਗੇ ਹੋਏ ਆ, ਤੁਹਾਡੇ ਉੱਥੇ ਜਾ ਕੇ ਕਰੇ ਤੁਸੀਂ ਤਾਂ ਉਲਝੇ ਫਿਰਦੇ ਜੇ। ਕਦੀ ਕੁਮਾਰ ਵਿਸ਼ਵਾਸ ਤੇ ਪਰਚਾ ਕਰ ਦੋ, ਕਦੀ ਕਾਂਗਰਸ ਦਾ ਕੋਈ ਵੀ ਮੰਤਰੀ ਫੜ ਕੇ ਅੰਦਰ ਦੇ ਦੋ, ਇੰਟਰਟੇਨਮੈਂਟ ਕਰ ਦੋ। ਫਲੱਡ ਆਇਆ, ਕਾਂਗਰਸ ਦਾ ਮੰਤਰੀ ਫੜ ਲਓ, ਸੰਗਰੂਰ ਦਾ ਇਲੈਕਸ਼ਨ ਹੈ, ਵਿਜੇ ਸਿੰਗਲਾ ਫੜ ਲਓ, ਜਲੰਧਰ ਇਲੈਕਸ਼ਨ ਆਇਆ, ਐਮਐਲਏ ਜਲਾਲਾਬਾਦ ਦੇ ਪਿਤਾ ਨੂੰ ਫੜ ਕੇ, ਇੱਕ ਸਟੰਟ ਹੈ, ਐਡਵਰਟਾਈਜ਼ਮੈਂਟ ਹੈ ਵੀ ਸੁਰਖੀਆਂ 'ਚ ਕਿਵੇਂ ਰਹਿਣਾ। ਕੋਈ ਬਿਆਨ ਦੇ ਦਿਓ, ਮਨਪ੍ਰੀਤ ਬਾਦਲ ਉੱਟ ਦੇ ਦਿਓ ਕਿ ਪੰਜਾਬ ਦੀ ਪੋਲਿਟਿਕਸ ਇੱਥੇ ਰਹਿ ਗਈ ਕਿ ਇੱਕ ਮੁੱਖ ਮੰਤਰੀ ਦਾ ਕੰਮ ਹੈ ਕਿ ਉਹ ਸ਼ੇਰੋ ਸ਼ੇਰੀ ਕਰਕੇ ਫੇਸਬੁੱਕ ਤੇ ਲਿਖਦੇ ਤੇ ਲੋਕ ਕਹਿਣ ਵੀ ਬੱਲੇ ਬੱਲੇ ਮੁੱਖ ਮੰਤਰੀ ਨੇ। ਬੱਲੇ ਮੁੱਖ ਮੰਤਰੀ ਦਾ ਕੰਮ ਹੈ ਵਿਜ਼ਨ। ਮੁੱਖ ਮੰਤਰੀ ਸਾਡੇ ਸਿਰ ਦਾ ਤਾਜ ਹੈ, ਉਹ ਪੰਜਾਬ ਦੀ ਪੱਗ ਹੈ ਕਿ ਮੁੱਖ ਮੰਤਰੀ ਬੋਲੇ ਤੇ ਪੂਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਮਾਣ ਹੋਵੇ, ਉਹ ਬੋਲਣ। ਪਰ ਇਹ ਬੜੇ ਪਿੱਛੇ ਮੁੱਖ ਮੰਤਰੀ ਦੇ ਕਿਰਦਾਰ ਵਾਲੇ ਲੋਕ ਜਿਹੜੇ ਉਹ ਗੱਲ ਕਰਦੇ ਸੀ, ਗੱਲ ਕੋਈ ਦਮ ਵਾਲੀ ਜ਼ੁਬਾਨ ਵਾਲੀ ਗੱਲ ਹੁੰਦੀ ਹੈ। ਇਹ ਥੋੜੀ ਮੁੱਖ ਮੰਤਰੀ ਉੱਥੇ ਦੰਦ ਕੱਢ ਕੇ ਤੇ ਤਾੜੀਆਂ ਮਾਰ ਕੇ ਕਹਦੇ ਵੀ ਮੈਂ ਪੰਜਾਬ ਬਦਲ ਦੂੰ। ਐ ਤਾਂ ਪੰਜਾਬ ਨਹੀਂ ਬਦਲਣਾ, ਅਸੀਂ ਨਾਲ ਆ। ਨਸ਼ੇ ਦੇ ਮੁੱਦੇ ਤੇ ਮੈਂ ਉਹ ਨਹੀਂ ਕਹਿੰਦਾ ਸਰਕਾਰ ਨੂੰ ਵੀ ਠੀਕ ਹੈ ਸਰਕਾਰ ਕਿਤੇ ਉੱਥੇ ਵਕਾਈ ਜਾਂਦੀ ਹੈ, ਪਰ ਗੱਲ ਤਾਂ ਇੱਕ ਵਿਜ਼ਨ ਦੀ ਹੈ ਵੀ ਕਿੱਦਾਂ ਦਾ ਤੁਸੀਂ ਕਾਨੂੰਨ ਬਣਾ ਰਹੇ ਹੋ। ਡੀ ਐਡਿਕਸ਼ਨ ਸੈਂਟਰਾਂ ਤੇ ਪਾਲਿਸੀ ਲੈ ਕੇ ਆਓ, ਚੰਗੇ ਅਫਸਰਾਂ ਨੂੰ ਉੱਥੇ ਗਾਓ। ਜੇ ਜ਼ਿਲ੍ਹਿਆਂ ਦੇ ਵਿੱਚ ਐਸਐਸਪੀ ਦਿੱਲੀੋਂ ਸਿਫਾਰਸ਼ਾਂ ਤੇ ਲੱਗਣਗੇ ਤੇ ਫਿਰ ਉਹਨਾਂ ਨੂੰ ਪੰਜਾਬ ਦੇ ਪੰਜਾਬੀ ਅਫਸਰਾਂ ਨੂੰ ਲਾਓ, ਚਲੋ ਬਾਹਰ ਦੇ ਕੈਡਰ ਦੇ ਲੋਕਾਂ ਨੂੰ ਨਾ ਪੰਜਾਬ ਚ ਲਾਓ। ਪਿਛਲੀਆਂ ਸਰਕਾਰਾਂ ਨੇ ਵੀ ਗਲਤੀ ਕੀਤੀ। ਮੈਂ ਕਹਿਣਾ ਚਾਹੁੰਦਾ ਪਾਸੀ ਸਾਹਿਬ ਇੱਕ ਮਿੰਟ, ਇਹ ਤੁਹਾਡੀ ਸੁਜੈਸ਼ਨ ਦੀ ਗੱਲ, ਪਿਛਲੀਆਂ ਸਰਕਾਰਾਂ ਨੇ ਵੀ ਗਲਤੀ ਕੀਤੀ। ਹੁਣ ਦਿੱਲੀ, ਬਿਹਾਰ ਤੇ ਮਹਾਰਾਸ਼ਟਰ ਵਾਲੇ ਨੂੰ ਕੀ ਪਤਾ ਕਿ ਪੰਜਾਬ ਦਾ ਮਸਲਾ ਕੀ ਹੈ। ਬਾਹਰ ਮੈਂ ਕਹਿੰਦਾ ਕਈ ਸਟੇਟਾਂ ਨੇ, ਮਹਾਰਾਸ਼ਟਰ 'ਚ ਤੁਸੀਂ ਜਾ ਕੇ ਵੇਖ ਲਓ ਐਗਜ਼ਾਮਪਲ ਤੌਰ ਤੇ, ਉੱਥੋਂ ਦੇ ਕੈਡਰ ਦੇ ਅਫਸਰਾਂ ਨੂੰ ਉੱਥੇ ਨਿਯੁਕਤੀ ਦਿੱਤੀ ਜਾਂਦੀ ਹੈ ਚੰਗੇ ਅਹੁਦਿਆਂ ਤੇ। ਕਿਉਂਕਿ ਜਿਹੜਾ ਪੰਜਾਬੀ ਹੋਊਗਾ ਉਹਨੂੰ ਪੰਜਾਬ ਲਈ ਦਰਦ ਤਾਂ ਹੋਊਗਾ, ਬਾਹਰਲੇ ਨੂੰ ਕੀ ਪਤਾ ਵੀ ਕੀ ਇੱਥੇ ਚੱਲ ਰਿਹਾ। ਚਲੋ ਪਾਸੀ ਛੋਟਾ ਜਿਹਾ ਜਵਾਬ ਦੇ ਦਿਓ। ਗੋਸ਼ਾ ਸਾਹਿਬ ਸਾਡੇ ਨਾਲ ਜੁੜ ਚੁੱਕੇ ਦੁਬਾਰਾ ਤੋਂ, ਛੋਟਾ ਜਿਹਾ ਜਵਾਬ ਜਲਦੀ।
ਧਾਲੀਵਾਲ ਸਾਹਿਬ ਮੈਂ ਇਹੀ ਦੱਸਣਾ ਚਾਹੂੰਗਾ, ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਵਿਜ਼ਨ ਬਿਲਕੁਲ ਸਹੀ ਆ ਔਰ ਕਲੀਅਰ ਹੈ। ਅਗਰ ਵਿਜ਼ਨ ਹੈ ਤਾਂ ਹੀ ਬੱਚਿਆਂ ਨੂੰ ਰੋਜ਼ਗਾਰ ਦਿੱਤਾ ਜਾ ਰਿਹਾ, ਅਗਰ ਵਿਜ਼ਨ ਹੈ ਤਾਂ ਹੀ ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਅਗਰ ਵਿਜ਼ਨ ਹੈ ਤਾਂ ਹੀ ਮੁਹੱਲਾ ਔਰ ਜਿਹੜਾ ਹੈ ਵਿਲੇਜ ਕਮੇਟੀਆਂ ਬਣਾਉਣ ਦੀ ਗੱਲ ਪੰਜਾਬ ਸਰਕਾਰ ਕਰ ਰਹੀ ਹੈ। ਅਗਰ ਵਿਜ਼ਨ ਹੈ ਤਾਂ ਹੀ SHO ਔਰ SSP ਸਾਹਿਬ ਨੂੰ ਜਿਹੜਾ ਹੈ ਕਿਹਾ ਕਿ ਤੁਸੀਂ ਜ਼ਿੰਮੇਵਾਰ ਹੋਵੋਗੇ। ਅਗਰ ਵਿਜ਼ਨ ਹੈ ਤਾਂ ਹੀ ਹਰ ਮੰਥ ਨਸ਼ਿਆਂ ਦੇ ਉੱਤੇ ਪੂਰੀ ਰਿਪੋਰਟ ਲਈ ਜਾਂਦੀ ਹੈ ਔਰ ਉਹ ਪੂਰੇ ਮੀਡੀਆ ਦੇ ਵਿੱਚ ਨਸ਼ਰ ਵੀ ਕੀਤੀ ਜਾਂਦੀ ਹੈ। ਅਗਰ ਵਿਜ਼ਨ ਹੈ ਤਾਂ ਹੀ ਪੰਜਾਬ ਦੇ ਵਿੱਚ ਅੱਜ ਪ੍ਰਾਈਮ ਮਿਨਿਸਟਰ ਸਾਹਿਬ ਨੇ ਵੀ ਕਿਹਾ ਕਿ ਹਾਂ ਇਹ ਘਟ ਰਿਹਾ, ਪਰ ਮੈਂ ਇਹ ਨਹੀਂ ਕਹਿੰਦਾ ਅੱਜ ਵੀ ਪੰਜਾਬ ਦੇ ਵਿੱਚ ਅਸੀਂ ਇਹ ਖਤਮ ਨਹੀਂ ਹੋਇਆ। ਔਰ ਮੈਨੂੰ ਇਹ ਕਹਿਣ 'ਚ ਵੀ ਕੋਈ ਗੁਰੇਜ਼ ਨਹੀਂ ਹੈ ਕਿ ਚਾਹੇ ਉਹ ਲੀਡਰ ਕਿਸੇ ਵੀ ਪਾਰਟੀ ਦਾ, ਚਾਹੇ ਸਾਡੀ ਦਾ ਚਾਹੇ ਤੁਹਾਡੀ ਦਾ, ਉਹਨੂੰ ਜਿਹੜਾ ਹੈ ਇਹੋ ਜਿਹੇ ਲਿੰਕ ਵਾਲੇ ਲੀਡਰਾਂ ਨੂੰ ਜਾਂ ਜਿਹੜੇ ਵਰਕਰਾਂ ਨੂੰ ਦੂਰ ਕਰ ਦੇਣਾ ਚਾਹੀਦਾ ਆਪਣੇ ਤੋਂ, ਕਿਉਂਕਿ ਨਸ਼ਾ ਬਕਵਾਨ ਦੇ ਵਿੱਚ ਜਿਹੜੇ ਛੁੱਟਭਈਆ ਲੀਡਰ ਹੈ ਜਿਨ੍ਹਾਂ ਨੂੰ ਪੰਜਾਬ ਜਾਂ ਹਿੰਦੁਸਤਾਨ ਦੇ ਨਾਲ ਹਮਦਰਦ ਨਹੀਂ ਹੈ, ਜਿਨ੍ਹਾਂ ਦਾ ਮਕਸਦ ਪੈਸਾ ਕਮਾਣਾ ਹੈ, ਉਹ ਲੀਡਰਸ਼ਿਪ ਹੀ ਖਰਾਬ ਕਰ ਰਹੀ ਹੈ, ਉਹ ਪੁਲਿਸ ਆਫੀਸਰਸ ਵੀ ਖਰਾਬ ਕਰ ਰਹੇ ਹੈ, ਉਹ ਹਰ ਉਹ ਬੰਦਾ ਖਰਾਬ ਕਰ ਰਿਹਾ ਜਿਹੜਾ ਨਹੀਂ। ਪਾਸੀ ਸਾਹਿਬ ਗੱਲ ਇਹ ਹੈ ਗੋਸ਼ਾ ਜੀ, ਇਹ ਜਿਹੜੀ ਵਿਜ਼ਨ ਦੀ ਗੱਲ ਕਰ ਰਹੇ ਹੋ, ਇਸ ਵਿਜ਼ਨ ਨਾਲ ਤੁਸੀਂ ਸੈਟੀਸਫਾਈ ਹੋ ਕਿ ਇਹ ਵਿਜ਼ਨ ਵਾਕਿਆ ਹੀ ਪੰਜਾਬ ਨੂੰ ਡਰੱਗ ਫ੍ਰੀ ਕਰ ਸਕੇਗਾ ਜਾਂ ਡਰੱਗਲੈਸ ਕਰ ਸਕੇਗਾ? ਕਿਉਂਕਿ ਇਹ ਗੱਲ ਕਹਿ ਰਹੇ ਆ ਕਿ ਉਹਨਾਂ ਲੀਡਰਾਂ ਨੂੰ ਦੂਰ ਕਰ ਦੇਣਾ ਚਾਹੀਦਾ, ਉਹ ਛੋਟੇ ਜਿਹੜੇ ਬੰਦੇ ਆਪਣੀ ਸਿਰਫ ਆਪਣੇ ਢਿੱਡ ਬਾਰੇ ਸੋਚਦੇ ਆ। ਜਿਹੜੇ ਉਹ ਲੋਕ ਨੇ ਜਿਹੜੇ ਕਹਿ ਰਹੇ ਨੇ ਕਿ ਅਸੀਂ ਤੁਹਾਨੂੰ ਦੱਸਦੇ ਹਾਂ ਵੀ ਇੱਥੇ ਵਿਕਦਾ ਹੈ, ਜਿਹੜੇ ਉਹ ਲੋਕ ਨੇ ਜਿਹੜੇ ਕਹਿ ਰਹੇ ਨੇ ਆਓ ਸਾਡੇ ਨਾਲ ਚੱਲੋ ਅਸੀਂ ਦੱਸਦੇ ਹਾਂ ਵੀ ਫਲਾਨਾ ਬੰਦਾ ਵੇਚਦਾ ਹੈ, ਉਹ ਵਿਜ਼ਨ ਦੇ ਵਿੱਚ ਉਹ ਚੀਜ਼ਾਂ ਕਿਉਂ ਨਹੀਂ ਨਜ਼ਰ ਆਉਂਦੀਆਂ? ਧਾਲੀਵਾਲ ਸਾਹਿਬ ਬਿਲਕੁਲ ਗਲਤ ਗੱਲ ਹੈ। ਪੰਜਾਬ ਸਰਕਾਰ ਦਾ ਕੋਈ ਵਿਜ਼ਨ ਠੀਕ ਨਹੀਂ ਹੈਗਾ। ਜੇ ਨੀਅਤ ਠੀਕ ਹੁੰਦੀ ਹੈ ਤਾਂ ਆਪ ਹੀ ਕਹਿੰਦੇ ਸੀ ਵੀ ਨੀਅਤ ਠੀਕ ਹੋਵੇ ਸਾਰਾ ਕੁਝ ਹੋ ਜਾਂਦਾ। ਕਹਿੰਦੇ ਛੋਟੇ ਲੀਡਰ ਕਰਦੇ ਆ, ਮੈਂ ਕਹਿੰਦਾ ਵੱਡੇ ਲੀਡਰ ਕਰਦੇ ਆ, ਫਸਾ ਛੋਟਿਆਂ ਨੂੰ ਦਿੰਦੇ ਆ। ਵੱਡੇ ਬਿਊਰੋਕਰੈਟਸ ਕਰਦੇ ਆ, ਫਸਾ ਛੋਟੇ ਬਿਊਰੋਕਰੈਟਸ ਨੂੰ ਦਿੰਦੇ ਆ, ਛੋਟੇ ਅਫਸਰ ਨੂੰ ਫਸਾ ਦਿੰਦੇ। ਆਮ ਆਦਮੀ ਪਾਰਟੀ ਦੀ 3 ਮੁੱਦਿਆਂ ਤੇ ਸਰਕਾਰ ਬਣੀ ਸੀਗੀ ਪੰਜਾਬ ਦੇ ਵਿੱਚ, ਬੇਦਬੀ, ਦੂਜਾ ਸੀ ਕਰਪਸ਼ਨ ਮੁੱਦਾ, ਤੀਜਾ ਸੀ ਨਸ਼ਾ ਮੁੱਦਾ। ਤਿੰਨੋਂ ਹੀ, ਬੇਦਬੀ ਵੀ ਅੱਜ ਹੋ ਰਹੀ ਹੈ, ਕਰਪਸ਼ਨ ਵੀ ਅੱਗੇ ਨਾਲ 4 ਗੁਣਾ ਵੱਧ ਗਈ ਹੈ ਤੇ ਨਸ਼ਾ ਵੀ ਡਬਲ ਹੋ ਗਿਆ। ਨਸ਼ਾ ਗੁਰਬਾਣੀ 'ਚ ਤਾਂ ਸ਼ਬਦ ਹੀ ਬੜੇ ਵਧੀਆ, ਤੀਜੇ ਪਾਤਸ਼ਾਹ ਨੇ ਕੀਤਾ, ਜਿੱਤ ਪੀਤਾ ਮਤ ਦੂਰ ਹੋਏ ਬਰਲ ਪਵੇ ਵਿੱਚ ਪਾਏ, ਆਪਣਾ ਪਰਾਇਆ ਨਾ ਪਛਾਣੇ ਖਸਮ ਧੱਕੇ ਖਾਏ। ਐਡਾ ਵੱਡਾ ਸ਼ਬਦ ਦਿੱਤਾ, ਐਡੀ ਸਾਨੂੰ ਸਿੱਖਿਆ ਮਿਲੀ, ਸਾਨੂੰ ਸਾਰਾ ਕੁਝ ਮਿਲਿਆ, ਫਿਰ ਅਸੀਂ ਉਹਦੇ ਬਾਵਜੂਦ ਨਸ਼ੇ 'ਚ ਜਾ ਰਹੇ ਹਾਂ। ਬਾਰ-ਬਾਰ ਆਪਾਂ ਕਹਿ ਦੇਣਾ ਵੀ ਤੂੰ ਛੜਯੰਤਰ ਰਚਿਆ। ਅਸੀਂ ਛੜਯੰਤਰ 'ਚ, ਅਸੀਂ ਇੰਨੇ ਕਮਲੇ ਆ ਵੀ ਅਸੀਂ ਛੜਯੰਤਰ 'ਚ ਫਸ ਗਏ। ਸਾਡੇ 'ਚ ਇੰਨੀ ਸਮਝ ਨਹੀਂ ਹੈਗੀ। ਜਿਹੜੇ ਬੰਦੇ 85% ਤੋਂ ਵੱਧ ਸ਼ਹਾਦਤਾਂ ਦੇ ਚੁੱਕੇ ਹੋਣ, ਜਿਹੜੇ ਬੰਦੇ 'ਚ ਅੱਜ ਦੀ ਗੱਲ, ਜਿੱਦਾਂ ਗੱਲ ਪਹਿਲਾਂ ਵੀ ਕੀਤੀ ਹੈ, ਸ਼ਹੀਦ ਊਧਮ ਸਿੰਘ ਜੀ ਦੀ ਗੱਲ ਕਰਦੇ ਆ, ਉਹਨਾਂ ਦਾ ਦਿਨ ਮਨਾ ਰਹੇ ਆ, ਸ਼ਹੀਦੀ ਦਿਨ ਮਨਾ ਰਹੇ ਆ। ਸਾਡੇ 'ਚ ਇੰਨੀ ਅਕਲ ਦੀ ਗੱਲ ਨਹੀਂ। ਇਹ ਸਾਡੇ ਲੀਡਰ, ਸਾਡੇ ਬਿਊਰੋਕਰੈਟਸ ਤੇ ਸਾਡੇ ਸਮਾਜ ਦੇ ਵਿੱਚ ਇਹੋ ਜਿਹੇ ਲੋਕ ਵੜ ਚੁੱਕੇ ਆ ਜਿਹੜੇ ਖਰਾਬ ਕਰਦੇ ਪਏ ਆ, ਜਿਹੜੇ ਪੈਸੇ ਦੇ ਪਿੱਛੇ, ਬਿਲਕੁਲ ਵਾਈਟ ਕੁੜਤੀਆਂ ਦੇ ਵਿੱਚ ਲਾਲ ਨੋਟ ਆਏ ਆ, ਪਰ ਇੱਕ ਗੱਲ ਸਮਝਣੀ ਪੈਣੀ ਹੈ, ਜਦੋਂ ਗਲਤ ਨੋਟ ਆਣਗੇ ਸਾਡੇ ਬੱਚਿਆਂ ਤੋਂ ਖਰਾਬ ਵੀ ਕਰਨਗੇ, ਬੱਚੇ ਵੀ ਸਾਡੇ ਖਰਾਬ ਹੋਣਗੇ। ਇਹਦੇ ਉੱਤੇ ਸਰਕਾਰ ਕਰ ਰਹੀ। ਜੇ ਭਗਵੰਤ ਮਾਨ ਜੀ ਦੀ ਦੇਖੋ ਤੁਸੀਂ ਧਾਲੀਵਾਲ ਸਾਹਿਬ, ਮੈਂ ਵੀ ਪਿੰਡਾਂ ਦੇ ਵਿੱਚ ਜਾਣਾ, 40 ਲੱਖ ਤੋਂ ਵੱਧ ਨੌਜਵਾਨ ਨਸ਼ੇ ਦੇ ਵਿੱਚ ਲੋਕਾਂ ਨੂੰ ਜਾ ਕੇ ਗੱਲਾਂ ਕਰਦੇ ਆ, ਲੋਕਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਆ। ਪਰ ਮੈਂ ਤੁਹਾਨੂੰ ਦੱਸ, ਆਪ ਹੋ ਰਹੇ ਆ ਪਿੰਡਾਂ ਦੇ ਲੋਕ, ਪਿੰਡਾਂ ਦੀਆਂ ਕਮੇਟੀਆਂ ਡਾਂਗਾ ਲੈ ਕੇ ਖੜਨ ਲੱਗ ਪਏ ਆ ਵੀ ਸਰਕਾਰ ਕੁਝ ਨਹੀਂ ਕਰ ਰਹੀ, ਪੁਲਿਸ ਕੁਝ ਕਰ ਰਹੀ, ਅਸੀਂ ਕੁਝ ਕਰਾਂਗੇ। ਇਹ ਲੋਕਾਂ ਨੂੰ ਹੀ ਹੁਣ ਖੜੇ ਹੋਣਾ ਪੈਣਾ। ਸਰਕਾਰ ਫੇਲ ਹੋ ਚੁੱਕੀ ਆ। ਜੋ ਮਰਜ਼ੀ ਗਈ ਜਾਓ, ਪਾਸੀ ਸਾਹਿਬ ਜੋ ਮਰਜ਼ੀ ਤੱਤ ਪੇਸ਼ ਕਰੀ ਜਾਣ, ਤੱਤ ਪੇਸ਼ ਕਰੀ ਜਾਣ, ਪਰ ਇੱਕ ਤੱਤ ਉਹਨਾਂ ਨੇ ਇਹ ਨਹੀਂ ਪੇਸ਼ ਕੀਤਾ ਵੀ 1100 ਤੋਂ ਵੱਧ ਮੌਤਾਂ ਹੋ ਚੁੱਕੀਆਂ 1.5 ਸਾਲ ਦੇ ਵਿੱਚ। ਉਹ ਮੌਤਾਂ ਦਾ ਤੱਤ ਨਹੀਂ ਆਪਾਂ ਪੇਸ਼ ਕਰਨਾ ਸੀ ਵੀ ਪਤਾ ਤਾਂ ਲੱਗੇ ਵੀ ਸਾਡੇ ਕਿੰਨੇ ਨੌਜਵਾਨ ਜਿਹੜੇ ਚੜ੍ਹਦੀ ਕਲਾ ਦੇ ਵਿੱਚ 22 ਸਾਲ ਦੀ ਉਮਰ ਦੇ ਵਿੱਚ ਨਿਕਲ ਗਏ, ਉਹਨਾਂ ਦਾ ਜ਼ਿੰਮੇਵਾਰ ਕੌਣ ਹੈ? ਉਦੋਂ ਭਗਵੰਤ ਮਾਨ ਜੀ ਖੁਦ ਦੱਸ ਰਹੇ ਸੀ, ਮੈਨੂੰ ਬੜਾ ਹੁੰਦਾ ਜਦੋਂ ਭਾਈ ਸਾਹਿਬ ਗੱਲ ਹੈ ਵੀ ਗੱਲ ਤਾਂ ਠੀਕ ਹੈ, ਮੁੱਦਾ ਇਹਨਾਂ ਨੇ ਸਹੀ ਚੁੱਕਿਆ, ਉਹਨਾਂ ਨੂੰ ਕਿਉਂ ਨਹੀਂ ਕੋਟ ਕੀਤਾ ਗਿਆ? ਧਾਲੀਵਾਲ ਸਾਹਿਬ, ਇੱਕ ਚੀਜ਼ ਕੋਡ ਕੀਤੀ ਗਈ ਹੈ ਜਿਹੜੀ ਇਹ ਗੱਲ ਕਹਿ ਰਹੇ ਆ ਕਿ ਜਿੱਥੇ ਵੀ ਮੌਤ ਹੋਈ ਹੈ ਉਹ ਬਿਲਕੁਲ ਮੰਦਭਾਗੀ ਹੈ ਔਰ ਨਸ਼ਿਆਂ ਵਾਲਿਆਂ ਦੇ ਖਿਲਾਫ ਕਾਰਵਾਈ ਵੀ ਹੋਈ। ਲੇਕਿਨ ਮੈਂ ਇਸ ਗੱਲ ਨਾਲ ਕੋਈ ਗੁਰੇਜ਼ ਨਹੀਂ ਕਰਦਾ ਇਹ ਮੰਨਣ 'ਚ ਕਿ ਹਾਂ ਅੱਜ ਵੀ ਕਈ ਐਸੇ ਜਗ੍ਹਾ ਹੈ ਜਿੱਥੇ ਨਸ਼ਾ ਵਿਕ ਰਿਹਾ ਔਰ ਪੰਜਾਬ ਦੇ ਵਿੱਚ ਉਹਨਾਂ ਦੇ ਉੱਤੇ ਸਖਤ ਐਕਸ਼ਨ। ਦੂਜੀ ਗੱਲ ਪਾਸੀ ਸਾਹਿਬ, ਜਿਹੜੇ ਬੰਦੇ ਕਹਿ ਰਹੇ ਆ ਕਿ ਆਓ ਸਾਡੇ ਕੋਲ ਆਓ, ਅਸੀਂ ਤੁਹਾਨੂੰ ਦੱਸਦੇ ਆ, ਅਸੀਂ ਫੜਾਉਨੇ ਆ, ਉਹ ਬੰਦਿਆਂ ਦੀ ਸਾਰ ਕਿਉਂ ਨਹੀਂ ਲਈ ਜਾਂਦੀ? ਬਿਲਕੁਲ, ਮੈਂ ਨਾ ਇਸ ਚੀਜ਼ ਤੇ ਧਾਲੀਵਾਲ ਸਾਹਿਬ, ਮੈਂ ਕਿਸੇ ਸਰਕਾਰ ਦਾ ਜਾਂ ਕੋਈ ਡਿਫੈਂਸ ਨਹੀਂ ਕਰੂੰਗਾ। ਜਿਹੜੇ ਬੰਦੇ ਇਹ ਕਹਿੰਦੇ ਆ ਕਿ ਆਓ ਅਸੀਂ ਪਕੜਾਉਂਦੇ ਆ, ਉਹਨਾਂ ਨੂੰ ਨਾ ਸਿਰਫ ਪ੍ਰੋਟੈਕਸ਼ਨ ਮਿਲਣੀ ਚਾਹੀਦੀ ਹੈ ਬਲਕਿ ਜਿੱਥੇ ਉਹ ਲੈ ਕੇ ਜਾ ਰਹੇ ਆ ਉੱਥੇ ਸਖਤ ਐਕਸ਼ਨ ਹੋਣਾ ਚਾਹੀਦਾ। ਤੁਹਾਡੀ ਸਰਕਾਰ ਜਾਏਗੀ? ਨਾਲ ਆਪ ਸਹਿਮਤ ਆ। ਤੁਹਾਡੀ ਸਰਕਾਰ? ਬਿਲਕੁਲ, ਅਸੀਂ ਬਿਲਕੁਲ, ਮੈਂ ਉਹੀ ਤਾਂ ਦੱਸ ਰਿਹਾ ਕਿ ਪ੍ਰਸ਼ਾਸਨ ਇਸ ਚਰਚਾ ਨੂੰ ਵੇਖ ਰਹੇ ਲੋਕਾਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਆਪਣਾ ਪਿੰਡ ਗ੍ਰਾਂ ਜਿਹੜਾ ਹੈ ਉਹ ਦੱਸ ਸਕਦੇ ਹੋ ਵੀ ਜਿੱਥੇ ਇਹ ਨਸ਼ਾ ਵਿਕਦਾ ਹੈ, ਕਿ ਸਰਕਾਰ ਦਾ ਫਿਰ ਅਸੀਂ ਉਹਦਾ ਇਹ ਆંકੜਾ ਕੱਢ ਕੇ ਸਰਕਾਰ ਨੂੰ ਦਵਾਂਗੇ ਤੇ ਸਰਕਾਰ ਉੱਥੇ ਆਏਗੀ ਤੇ ਤੁਹਾਡੇ ਨਾਲ ਉਸ ਜਗ੍ਹਾ ਦੇ ਉੱਤੇ ਰੇਡ ਕਰੇਗੀ।
ਬਿਲਕੁਲ। ਮੈਂ ਧਾਲੀਵਾਲ ਸਾਹਿਬ ਇੱਕ ਰਾਜਪੁਰੇ ਦੀ ਐਗਜ਼ਾਮਪਲ ਦੇਣਾ। ਉੱਥੇ ਸਾਡੇ ਇੱਕ ਪੱਤਰਕਾਰ ਭਰਾ ਨੇ, ਤੁਹਾਡੇ ਹੀ ਭਰਾ ਪੱਤਰਕਾਰ ਵੀਰ ਨੇ ਇੱਕ ਮਹੱਲੇ ਜਾ ਕੇ ਵੀਡੀਓ ਬਣਾਈ ਹੈ ਔਰ ਉਹਨੂੰ ਤੁਸੀਂ, ਮੈਂ ਹੁਣੇ ਤੁਹਾਨੂੰ ਨੰਬਰ ਦੇ ਦੇਣਾ, ਮੈਂ ਖੁਦ ਉਹਨੂੰ ਇਸ ਨੂੰ ਐਪਰੀਸ਼ੀਏਟ ਵੀ ਕੀਤਾ ਔਰ ਇਹ ਵੀ ਕਿਹਾ ਕਿ ਅਸੀਂ ਵੀ ਤੁਹਾਡੇ ਨਾਲ ਜਾਣ ਲਈ ਤਿਆਰ ਹੈ। ਕਾਰਨ ਹੈ ਸਰ, ਸਰਕਾਰਾਂ ਦੀ ਗੱਲ ਨਹੀਂ ਹੈ, ਇਹ ਰਾਜਨੀਤੀ ਦੀ ਗੱਲ ਨਹੀਂ ਹੈ, ਇਹ ਨਸ਼ਾ ਸਾਡੀਆਂ ਜੜ੍ਹਾਂ ਦੇ ਵਿੱਚ ਹੈ ਔਰ ਮੈਂ ਇਸ ਗੱਲ ਤੋਂ ਬਿਲਕੁਲ ਸਹਿਮਤ ਹਾਂ ਕਿ ਇਹ ਨਸ਼ਾ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਨੂੰ ਵਿਰੋਧ ਕਰਨਾ ਪੈਣਾ। ਔਰ ਉਹ ਮੈਂ ਇੱਕ ਗੱਲ ਧਾਲੀਵਾਲ ਸਾਹਿਬ ਕਹਿ ਰਿਹਾ, ਇਹਨੂੰ ਜਰਾ ਸੀਰੀਅਸਲੀ ਇਹ ਸੁਣ ਲੈਣ ਕਿ ਉਹ ਇੱਕ ਸਿੰਡੀਕੇਟਾਂ ਬਣੀਆਂ ਹੋਈਆਂ ਨਸ਼ੇ ਵਾਲੀਆਂ, ਉਹ ਹਰ ਪਾਰਟੀ ਦੇ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੀਆਂ ਔਰ ਉਹ ਮਨੀ ਯੂਜ਼ ਕਰਕੇ, ਮੈਂ ਬਿਲਕੁਲ ਸਪਸ਼ਟ ਕਹਿ ਰਿਹਾ, ਮੈਂ ਕੋਈ ਐਜ਼ ਏ ਸਪੋਕਸਮੈਨ ਆਮ ਆਦਮੀ ਪਾਰਟੀ ਨਹੀਂ ਕਹਿ ਰਿਹਾ, ਬਿਕਰਮਜੀਤ ਪਾਸੀ ਦੇ ਤੌਰ ਤੇ ਕਹਿ ਰਿਹਾ, ਉਹ ਮਨੀ ਯੂਜ਼ ਕਰਕੇ ਨਾ ਸਿਰਫ ਮਿਹਨਤੀ ਜਿਹੜੇ ਆ ਲੋਕ ਹੈ, ਸੱਚੇ ਲੋਕ ਹੈ, ਉਹਨਾਂ ਨੂੰ ਵੀ ਪਿੱਛੇ ਕਰਦੇ ਆ ਔਰ ਉਹਨਾਂ ਨੂੰ ਵੀ ਛਾਂਟ ਕੇ ਉਹਨਾਂ ਦੇ ਉੱਤੇ ਵੀ ਐਕਸ਼ਨ ਹੋਣਾ ਚਾਹੀਦਾ ਔਰ ਹੋਏਗਾ ਵੀ। ਮੈਨੂੰ ਮਾਨ ਸਾਹਿਬ ਦੀ ਸਰਕਾਰ ਤੇ ਪੂਰਾ ਭਰੋਸਾ ਹੈ, ਵੀ ਮੈਂ ਤੁਹਾਨੂੰ ਦੱਸਦਾ। ਔਰ ਤੀਜੀ ਚੀਜ਼, ਅੱਜ ਗੋਸ਼ਾ ਸਾਹਿਬ ਬੋਲ ਕੇ ਗਏ ਆ, ਗੋਸ਼ਾ ਸਾਹਿਬ ਤੁਹਾਡੀ ਵੀ ਭਾਈਵਾਲੀ ਸੀ ਅਕਾਲੀ ਦਲ ਦੀ ਸਰਕਾਰ ਸਮੇਂ, ਜਦੋਂ ਸਮੱਸਿਆ ਇਹ ਨਾ ਸਿਰਫ ਪੈਦਾ ਹੋਈ ਬਲਕਿ ਵਿਰਾਟ ਦਰਖਤ ਬਣ ਗਈ, ਉਦੋਂ ਤੁਹਾਡੇ ਆਪਣੀ ਕੁਰਸੀਆਂ ਦੇ ਲਾਲਚ ਦੇ ਵਿੱਚ ਮੂੰਹ ਬੰਦ ਰੱਖੇ ਬੀਜੇਪੀ ਨੇ। ਔਰ ਤੁਹਾਡੀ ਸਰਕਾਰ ਸੀ ਗੁਜਰਾਤ ਦੇ ਵਿੱਚ ਜਦੋਂ ਅਡਾਨੀ ਪੋਰਟ ਤੋਂ ਬਹੁਤ ਵੱਡੀ ਖੇਪ ਬਰਾਮਦ ਹੁੰਦੀ ਹੈ ਔਰ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ। ਗੋਸ਼ਾ ਸਾਹਿਬ ਸਿਰਫ ਕਹਿ ਕੇ ਨਿੰਦ ਕੇ ਇਹਨੂੰ ਤੁਸੀਂ ਰਾਜਨੀਤੀ ਦਾ ਰੂਪ ਨਾ ਦਿਓ। ਗੋਸ਼ਾ ਜੀ, ਆਖਰੀ ਜਵਾਬ। ਮੈਂ ਨਹੀਂ ਚਾਹੁੰਦਾ ਵੀ ਆਪਾਂ ਤਾਨੇ ਮਿਹਣੇ ਦੇ ਵਿੱਚ ਪਈਏ, ਆਪਾਂ ਹੱਲ ਵੱਲ ਜਾਣ ਦੀ ਗੱਲ ਕਰੀਏ। ਮੈਂ ਸ਼ੁਰੂਆਤ ਦੇ ਵਿੱਚ ਵੀ ਇਹੀ ਗੱਲ ਕੀਤੀ ਸੀ। ਗੋਸ਼ਾ ਸਾਹਿਬ ਦਾ ਆਖਰੀ ਕਮੈਂਟ। ਹਾਂਜੀ, ਮੈਂ ਤਾਂ ਪਾਸੀ ਸਾਹਿਬ ਦਾ ਧੰਨਵਾਦ ਕਰਦਾ ਜਿਹੜੇ ਕਹਿੰਦੇ ਐਜ਼ ਏ ਪਾਸੀ ਬੋਲ ਰਿਹਾ, ਮੈਂ ਸਪੋਕਸਮੈਨ ਨਹੀਂ ਬੋਲ ਰਿਹਾ। ਉਹਨਾਂ ਨੂੰ ਵੀ ਪਤਾ ਹੈ ਕਿ ਆਮ ਆਦਮੀ ਪਾਰਟੀ ਕੰਮ ਨਹੀਂ ਕਰ ਰਹੀ, ਪਰ ਭਗਵੰਤ ਮਾਨ ਜੀ ਤਾਰੀਫ ਕਰਕੇ ਏਦਾਂ ਤਾਰੀਫ ਨਾ ਕਰੋ। ਜਦੋਂ ਨੀਅਤ ਕੇਜਰੀਵਾਲ ਸਾਹਿਬ ਨੇ ਕਿਹਾ ਸੀ 3 ਮਹੀਨੇ 'ਚ ਖਤਮ ਕਰਾਂਗੇ ਤੇ ਫਿਰ ਨੀਅਤ ਸਾਫ਼ ਹੋਣੀ ਚਾਹੀਦੀ ਹੈ। ਅਸੀਂ ਅੱਜ ਵੀ ਕਹਿ ਰਹੇ ਹਾਂ ਵੀ ਅੱਜ ਕਰਾਂਗੇ, ਤੇ ਜੇ ਤੁਸੀਂ ਕਹਿ ਰਹੇ ਹੋ ਨਾ ਵੀ ਨਸ਼ੇ ਦੱਸੋ ਤੇ ਫੜਾਵਾਂਗੇ, ਥੱਲੇ 1000 ਤੋਂ ਵੱਧ ਲੋਕਾਂ ਨੇ ਪਾ ਦੇਣਾ, ਫੜ ਕੇ ਦਿਖਾਈਓ। ਮੈਂ ਵੀ ਤੁਹਾਨੂੰ ਚੈਲੰਜ ਕਰਦਾ, ਫੜੋ, ਅਸੀਂ ਤੁਹਾਡਾ ਸਾਥ ਦੇਵਾਂਗੇ ਇਸ ਗੱਲ ਤੇ। ਜਾਓ, ਚਲੋ ਠੀਕ ਹੈ। ਵੱਡੀਆਂ ਮੱਛੀਆਂ ਫੜੀਓ, ਛੋਟੀਆਂ ਨੂੰ ਨਾ ਫੜੀਓ। ਅਸੀਂ ਇਸ ਆਵਾਜ਼ ਦੇ ਨਾਲ ਲੋਕਾਂ ਦੀ ਦੇ ਨਾਲ ਡਟ ਕੇ ਖੜਾਂਗੇ। ਬਿਲਕੁਲ ਗਲਤ ਹੈ। 3 ਮਹੀਨੇ ਨਹੀਂ, ਅੱਜ 18 ਮਹੀਨੇ ਹੋ ਗਏ। 6 ਚਲੋ ਰੂਬੀ ਜੀ ਕੁਝ ਕਹਿਣਾ ਚਾਹ ਰਹੇ ਨੇ ਆਖਰੀ ਦੇ ਵਿੱਚ? ਮੈਂ ਚਾਹੁੰਦਾ ਕਿ ਇਸ ਵਾਲੇ ਪਾਸੇ। ਹਾਂਜੀ ਰੂਬੀ। ਗੋਸ਼ਾ ਸਾਹਿਬ ਬਾਅਦ ਚ ਬੀਜੇਪੀ ਵਾਲੇ ਵੀ ਨਹੀਂ ਸਕਦੇ। ਅਮਿਤ ਸ਼ਾਹ ਹੋਣਾ ਦੇ ਫਰਮਾਨ ਆਏ ਕਿ 50 ਕਿਲੋਮੀਟਰ ਦਾ ਜਿਹੜਾ ਏਰੀਆ ਬਾਰਡਰ ਏਰੀਆ BSF ਦੇਖੂਗੀ। ਫਿਰ ਕੀ ਕੀਤਾ ਸੈਂਟਰਲ ਗਵਰਨਮੈਂਟ ਵੀ ਪੰਜਾਬ ਦੇ ਹਰ ਮੁੱਦੇ ਦੇ ਵਿੱਚ ਸਿੱਧੀ ਦਖਲ ਦਿੰਦੀ ਹੈ ਕਿ ਸੈਂਟਰਲ ਗਵਰਨਮੈਂਟ ਪੱਲਾ ਤਾਂ ਨਹੀਂ ਝਾੜ ਸਕਦੀ। ਤੁਸੀਂ ਜ਼ਿੰਮੇਵਾਰੀ ਤੋਂ ਭੱਜ ਤਾਂ ਨਹੀਂ ਸਕਦੇ। ਮੈਨੂੰ ਪਤਾ ਟੀਕਾ ਠੀਕ ਜਗ੍ਹਾ ਤੇ ਲੱਗਾ, ਮੈਨੂੰ ਪਤਾ ਤੁਹਾਡੀਆਂ ਉੱਥੇ ਏਜੰਸੀਆਂ ਸ਼ਾਹਰੁਖ ਖਾਨ ਦੇ ਜਵਾਬ ਨੂੰ ਫੜ ਲੈਂਦੀਆਂ ਤੇ ਫਿਰ ਇੱਥੇ ਪੰਜਾਬ ਦੇ ਵਿੱਚ ਤੁਸੀਂ ਜਦੋਂ ਜੱਫੀਆਂ ਪਾਈਆਂ ਉਦੋਂ ਕਹਿ ਦਿੰਦੇ ਵੀ ਨਸ਼ੇ ਦੇ ਵਾਲੇ ਨਾਲ ਜੱਫੀਆਂ ਨਹੀਂ ਪਾਈਆਂ। ਤੁਸੀਂ ਵੀ ਮਜੀਠੀਆ ਨੂੰ ਜੱਫੀ ਪੂਰੀ 10 ਸਾਲ ਪਾਈ ਰੱਖੀ, ਅਸੀਂ ਤਾਂ 2 ਮਿੰਟ ਪਾਈ ਹੈ। ਤੁਹਾਡੇ ਤੁਸੀਂ ਤਾਂ 10 ਸਾਲ, ਮੈਂ ਕਹਿੰਦਾ 30 ਸਾਲ ਜੱਫੀ ਪਾਈ ਰੱਖੀ ਕਾਲੀ ਦੇ ਵਿੱਚ। ਲੋਕਾਂ ਨੂੰ ਇਸ ਚਰਚਾ ਨੂੰ ਵੇਖ ਰਹੇ ਲੋਕਾਂ ਨੂੰ ਅਪੀਲ ਕਰਾਂਗਾ, ਲੋਕਾਂ ਨੂੰ ਦੇਖ ਰਿਹਾ, ਸੱਚਾਈ ਦੇਖ ਰਹੇ, ਕੀ ਕਰ ਰਹੇ ਤੁਸੀਂ, ਕਿੱਥੇ ਵਿਕਦਾ ਹੈ, ਕੌਣ ਵਿਕਾਉਂਦਾ ਹੈ। ਇਸ ਆਸ ਨਾਲ ਇਹ ਗੱਲ ਤੁਹਾਡੇ ਤੋਂ ਪੁੱਛ ਰਿਹਾ ਤਾਂ ਜੋ ਕਿ ਸਰਕਾਰ ਪ੍ਰਸ਼ਾਸਨ ਇਸ ਦੇ ਉੱਤੇ ਕਾਰਵਾਈ ਕਰ ਸਕੇ। ਫਿਰ ਕਹੂੰਗਾ ਕਿ ਜ਼ਰੂਰ ਦੱਸਿਓ ਤੁਹਾਡੇ ਨੇੜੇ ਤੇੜੇ ਕੌਣ ਵਿਕਾਉਂਦਾ ਹੈ, ਕੌਣ ਵੇਚਦਾ ਹੈ, ਤੇ ਜ਼ਰੂਰ ਉਹਨਾਂ ਦੇ ਉੱਤੇ ਰੇਡ ਹੋ ਸਕੇ, ਉਹ ਫੜੇ ਜਾ ਸਕਣ ਔਰ ਇਸ ਅਲਾਮਤ ਤੋਂ ਪੰਜਾਬ ਨੂੰ ਬਚਾਇਆ ਜਾ ਸਕੇ। ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰੇ ਦਰਸ਼ਕਾਂ ਦਾ ਔਰ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਦੀ ਸਪੋਕਸਮੈਨ ਡਿਬੇਟ 'ਚ ਅੱਜ ਦੇ ਲਈ ਇੰਨਾ ਹੀ। ਭਲਕੇ ਕਿਸੇ ਹੋਰ ਵਿਸ਼ੇ ਨਾਲ ਰੂਬਰੂ ਹੋਵਾਂਗੇ। ਉਦੋਂ ਤੱਕ ਨਵਜੋਤ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।